ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਨੂੰ ਸੰਤ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀਆਂ ਸਾਖੀਆਂ ਬਾਰੇ ਜਾਣੂ ਕਰਵਾ ਰਹੇ ਹਾਂ, ਜੋ ਕਿ ਉਹਨਾਂ ਦੀ ਬੁੱਕ ਆਨੰਦ ਸਰੋਵਰ ਜੀਵਨ ਸੰਤ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਭਾਗ ਪਹਿਲਾ ਵਿੱਚ ਦਰਜ ਹਨ। ਅੱਜ ਅਸੀਂ ਉਹਨਾਂ ਦੀ ਅਗਲੀ ਸਾਖੀ ਦੇਹਰਾਦੂਨ ਦਾ ਅੰਤਮ ਦੌਰਾ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ। ਦੇਹਰਾਦੂਨ ਪੁੱਜ ਕੇ 1941 ਵਾਲੇ ਆਖਰੀ ਠਾਠ ਪੌਂਦਾ ਪਿੰਡ ਦੇ ਨੇੜੇ ਨੂੰ ਹੀ ਪਸੰਦ ਕੀਤਾ। ਕੀਰਤਨ ਤੇ ਪਾਠਾਂ ਦਾ ਪ੍ਰੋਗਰਾਮ ਅੱਗੇ ਵਾਂਗ ਫਿਰ ਜਾਰੀ ਹੋ ਗਿਆ। ਇੱਥੇ ਲਗਭਗ 5 ਮਹੀਨੇ ਬਾਬਾ ਜੀ ਬਿਰਾਜੇ ਰਹੇ। 20 ਅਪ੍ਰੈਲ, 19 ਮਈ, 18 ਜੂਨ, 17 ਜੁਲਾਈ ਤੇ 15 ਅਗਸਤ ਦੀਆਂ ਪੂਰਨਮਾਸ਼ੀਆਂ ਇੱਥੇ ਹੀ ਮਨਾਈਆਂ ਗਈਆਂ। ਇੱਥੇ ਹੋਈਆਂ ਖਾਸ ਘਟਨਾਵਾਂ ਦਾ ਕੁਝ ਵਰਣਨ ਹੋਰ ਭਾਗਾਂ ਤੇ ਖਾਸ ਕਰਕੇ ਹੱਡਬੀਤੀਆਂ ਵਿੱਚ ਆਇਆ ਹੈ। ਇਸ ਵੇਰੀ ਇੱਥੇ ਜੋ ਘਟਨਾਵਾਂ ਹੋਈਆਂ, ਚੋਜੀ ਬਾਬਾ ਜੀ ਨੇ ਜੋ ਕੌਤਕ ਕੀਤੇ ਜਾਂ ਬੇਹੰਗਮਾ ਤੇ ਜੋ ਕਰੜਾਈ ਕੀਤੀ, ਜੋ ਹੋਰ ਵੀ ਬਚਨ ਕੀਤੇ ਜਾਂ ਰਮਜਾਂ ਮਾਰੀਆਂ, ਉਹ ਸਿੱਧੇ ਅਸਿੱਧੇ ਢੰਗ ਨਾਲ ਬਹੁਤ ਕਰਕੇ ਇਸ ਆਸੇ ਨਾਲ ਸਨ ਕਿ ਸਾਡੀ ਜੀਵਨ ਯਾਤਰਾ ਦਾ ਅੰਤ ਆ ਰਿਹਾ ਹੈ। ਜਿਸ ਕਿਸੇ ਨੇ ਸੰਗਤ ਦਾ ਲਾਭ ਲੈਣਾ ਹੋਵੇ ਲੈ ਲਵੋ। ਮਈ ਵਿੱਚ ਬਾਬਾ ਜੀ ਨੇ ਕਵੀ ਹੋਰਾਂ ਨੂੰ ਇੱਕ ਐਸੀ ਚੀਜ਼ ਬਣਾਉਣ ਲਈ ਕਿਹਾ ਜਿਹੜੀ ਕਿ ਪਹਾੜ ਦੀ ਚੜ੍ਹਾਈ ਸਮੇਂ ਢਾਡੀ ਦਾ ਕੰਮ ਦੇਵੇ, ਮੈਦਾਨ ਵਿੱਚ ਗੱਡੀ ਵਾਂਗ ਚਲਾਈ ਜਾ ਸਕੇ ਤੇ ਦਰਿਆ ਵਿੱਚ ਬੇੜੀ ਵਾਂਗ ਤਰ ਸਕੇ। ਫਿਰ ਆਪੇ ਹੀ ਪਹਿਲੀ ਤਾਂ ਠੀਕ ਨਹੀਂ ਬਣੇਗੀ ਪਰ ਦੂਜੀ ਬਣ ਜਾਏਗੀ। ਇਸ ਪਰ ਸਰਦਾਰ ਸਾਧੂ ਸਿੰਘ ਡਰਾਫਟਮੈਨ ਤੇ ਮਿਸਤਰੀ ਕਰਤਾਰ ਸਿੰਘ ਦੀ ਸਹਾਇਤਾ ਤੇ ਸਲਾਹ ਨਾਲ ਕਵੀ ਜੀ ਨੇ ਆਪਣੇ ਕਾਰਖਾਨੇ ਦੇ ਕਾਰੀਗਰਾਂ ਤੋਂ ਐਸੀ ਚੀਜ਼ ਬਣਵਾਈ ਜੋ ਲਗਭਗ 8 ਫੁੱਟ ਲੰਮੀ ਸੀ ਤੇ ਜਿਸ ਨੂੰ ਵੇਖ ਕੇ ਬਾਬਾ ਜੀ ਬੜੇ ਪ੍ਰਸੰਨ ਹੋਏ। ਪਰ ਇਸ ਦਾ ਅਸਲ ਭਾਵ ਨਾ ਕਿਸੇ ਨੂੰ ਦੱਸਿਆ ਤੇ ਨਾ ਉਸ ਵੇਲੇ ਕਿਸੇ ਨੇ ਚੰਗੀ ਤਰ੍ਹਾਂ ਸਮਝਿਆ। ਇਸੇ ਮਹੀਨੇ ਦੀ ਗੱਲ ਹੈ ਕਿ ਜਦ ਬਰੀਕ ਮਲਮਲ ਦਾ ਕੁੜਤਾ ਪਹਿਨੇ ਬਾਬਾ ਜੀ ਖੜੇ ਹੋ ਸੰਗਤ ਨੂੰ ਭੁਗਤਾ ਰਹੇ ਸਨ, ਤਾਂ ਇੱਕ ਪਿੱਛੇ ਖੜੇ ਸੰਗੀ ਨੂੰ ਸਕਿੰਟ ਮਾਤਰ ਇਹ ਦ੍ਰਿਸ਼ਟ ਦਿਖਲਾਇਆ ਕਿ ਕੇਵਲ ਸਰੀਰ ਦਾ ਕਲਬੂਤ ਹੀ ਖੜਾ ਹੈ ਤੇ ਆਤਮਾ ਦਾ ਪੰਖੇਰੂ ਸੱਚਖੰਡ ਵਿੱਚ ਚਲਾ ਗਿਆ ਹੈ, ਜਿਸ ਤੋਂ ਉਸ ਸੰਗੀ ਨੇ ਅਨੁਮਾਨ ਲਾਇਆ ਕਿ ਹੁਣ ਬਾਬਾ ਜੀ ਨੇ ਚੋਲਾ ਬਦਲ ਹੀ ਲੈਣਾ ਹੈ। ਜੂਨ ਦੀ ਪੂਰਨਮਾਸ਼ੀ ਦੇ ਨਾਲ ਲੱਗਦਿਆਂ ਸੰਪਾਦਕ ਵੀ 15 ਦਿਨ ਦੀ ਛੁੱਟੀ ਲੈ ਕੇ ਆਪਣੇ ਪਰਿਵਾਰ ਸਹਿਤ ਇਸ ਜੰਗਲ ਵਿੱਚ ਜ਼ਮੀਨ ਦੀ ਮਾਲਕਨ ਤੋਂ ਇੱਕ ਛੋਟੀ ਜਿਹੀ ਥਾਂ ਲੈ ਕੇ ਠਹਿਰਿਆ ਤੇ ਸੰਗਤ ਅਤੇ ਸੇਵਾ ਦਾ ਸੁਭਾਗ ਪ੍ਰਾਪਤ ਕਰਦਾ ਰਿਹਾ। ਡਾਕਟਰ ਨੰਦ ਸਿੰਘ ਜੀ, ਜਿਨ੍ਹਾਂ ਦਾ ਅੱਗੇ ਜ਼ਿਕਰ ਆਇਆ ਹੈ, ਫਿਰ ਦਰਸ਼ਨਾਂ ਲਈ ਹਾਜ਼ਰ ਹੋਏ। 4 ਕੁ ਦਿਨ ਠਹਿਰਨ ਅਤੇ ਸੰਗਤ ਕਰਨ ਉਪਰੰਤ ਆਗਿਆ ਲੈ ਕੇ ਚਲੇ ਗਏ। ਉਹਨਾਂ ਨੂੰ ਕੁਝ ਪ੍ਰਾਪਤੀ ਹੋਈ ਕਿ ਨਾ, ਇਹ ਤਾਂ ਉਹ ਜਾਣਨ। ਲੇਖਕ ਨੂੰ ਇਸ ਸੰਬੰਧੀ ਕੋਈ ਚੇਤਾ ਨਹੀਂ, ਪਰ ਲੇਖਕ ਦੀ ਸੁਪਤਨੀ ਨੂੰ ਰਾਹ ਵਿੱਚ ਖਲੋਤਿਆਂ ਵੇਖ ਬਾਬਾ ਜੀ ਨੇ ਇਉਂ ਪੁੱਛਿਆ, ਪਿਓ ਤੇਰਾ ਚਲਾ ਗਿਆ ਹੈ? ਇਹ ਹਾਲੀ ਕੁਝ ਬੋਲੀ ਹੀ ਨਹੀਂ ਸੀ ਕਿ ਆਪੇ ਪਿਓ ਤੇ ਤਾਏ ਚਾਚੇ ਵਿੱਚ ਕੀ ਫਰਕ ਹੁੰਦਾ ਹੈ? ਕੁਝ ਫਰਕ ਨਹੀਂ ਹੁੰਦਾ। ਇਸ ਪਰ ਜੀ ਹਾਂ ਚਲੇ ਗਏ ਹਨ ਦਾ ਉੱਤਰ ਮਿਲਣ ਤੇ ਤੂੰ ਸਮਝਾਇਆ ਨਹੀਂ ਸੀ? ਜੀ ਮੈਂ ਕੀ ਸਮਝਾਣਾ ਸੀ, ਸੁਮਤ ਤਾਂ ਤੁਸੀਂ ਹੀ ਬਖਸ਼ਣੀ ਸੀ। ਬਾਬਾ ਜੀ, ਠੱਠਾ ਨਹੀਂ, ਬਸ ਐਨੀ ਗੱਲ ਹੀ ਕਹਿਣੀ ਸੀ ਨਾ ਕਿ ਜਿਸ ਤਰ੍ਹਾਂ ਦਾ ਉਹਨਾਂ ਲੇਖਕ ਨੂੰ ਬਣਾਇਆ ਹੈ ਮੈਨੂੰ ਵੀ ਬਣਾ ਲਵੋ। ਛੁੱਟੀ ਕੱਟ ਕੇ ਲੇਖਕ ਤਾਂ ਚਲਾ ਗਿਆ, ਪਰ ਸੁਪਤਨੀ ਤੇ ਕਾਕਾ ਅਰਦਮਨ ਸਿੰਘ ਪਿੱਛੇ ਠਹਿਰ ਗਏ। ਇਸ ਦੇ ਨਾਲ ਬੀਬੀ ਲਖਵੰਤ ਕੌਰ ਵੀ ਠਹਿਰ ਗਈ। ਫਿਰ ਉਹ ਆਗਿਆ ਲੈਣ ਗਏ ਤਾਂ ਜਦ ਅਰਦਮਨ ਸਿੰਘ ਨੇ ਕਿਹਾ ਕਿ ਸੱਚੇ ਪਾਤਸ਼ਾਹ, ਮਾਸੀ ਜੀ ਨੇ ਕੋਇਟੇ ਜਾਣਾ ਹੈ, ਤਾਂ ਅੱਗੋਂ ਫਰਮਾਇਆ ਕਿ ਪਤੀ ਪਾਸ ਬੀਬੀ ਨੇ ਜਾਣਾ ਹੈ।
ਬੀਬੀ ਤੂੰ ਪਤੀ ਨੂੰ ਜਾ ਕੇ ਆਖੀ ਬਾਬੇ ਯਾਦ ਕਰਦੇ ਸਨ। ਦੂਜੀ ਵਾਰੀ ਫਿਰ ਆਖਣ ਲੱਗੇ, ਬੀਬੀ ਜ਼ਰੂਰ ਪਤੀ ਨੂੰ ਜਾ ਕੇ ਆਖੀ ਕਿ ਯਾਦ ਕਰਦੇ ਹਨ। ਜਦ ਤੀਜੀ ਵਾਰੀ ਚੇਤਾਵਨੀ ਕਰਾਈ ਤਾਂ ਅਰਦਮਨ ਨੇ ਕਿਹਾ, ਪਾਤਸ਼ਾਹ ਨਵੇਂ SDO ਬਣੇ ਨੇ, ਪਤਾ ਨਹੀਂ ਛੁੱਟੀ ਮਿਲਦੀ ਹੈ ਕਿ ਨਹੀਂ। ਤਾਂ ਬਚਨ ਕੀਤਾ ਕਿ ਅਫਸਰ ਬੜੇ ਮਿਹਰਬਾਨ ਹੁੰਦੇ ਨੇ, ਛੁੱਟੀ ਦੇ ਦਿੰਦੇ ਨੇ, ਪਰ ਤੂੰ ਬੀਬੀ ਪਤੀ ਨੂੰ ਜ਼ਰੂਰ ਆਖੀ। ਫਿਰ ਅਰਦਮਨ ਨੂੰ ਕਹਿਣ ਲੱਗੇ, ਅੱਛਾ ਫਿਰ ਜ਼ਰੂਰ ਜਾਣਾ ਹੈ। ਜੀ ਪਾਤਸ਼ਾਹ, ਪਿਤਾ ਜੀ ਚਲੇ ਗਏ ਨੇ। ਅੱਛਾ ਚੰਗਾ, ਫਿਰ ਆਪਣੇ ਪਿਓ ਨੂੰ ਜਾ ਕੇ ਆਖੀ ਕਿ ਬਾਬੇ ਯਾਦ ਕਰਦੇ ਸੀ। ਅਰਦਮਨ ਜੀ ਉਹ ਤੇ ਹੁਣੇ ਹੀ ਗਏ ਨੇ। ਵੈਸੇ ਅਸੀਂ ਸਤੰਬਰ ਦੇ ਮਹੀਨੇ ਆਵਾਂਗੇ, ਉਦੋਂ ਪਿਤਾ ਜੀ ਨੂੰ 1 ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਹਨ। ਇਸ ਪਰ ਪੁੱਛਣ ਲੱਗੇ ਕਿ ਸਤੰਬਰ ਦਾ ਮਹੀਨਾ ਕਿਹੜਾ ਹੁੰਦਾ ਹੈ। ਅੱਧ ਅੱਸੂ ਤੋਂ ਅੱਧ ਭਾਦਰੋਂ ਦਾ ਉੱਤਰ ਸੁਣ ਆਪਣੇ ਮੁਖਾਰ ਬਿੰਦ ਤੋਂ 3 ਵਾਰੀ ਅੱਧ ਭਾਦੋ ਉਚਾਰ ਕੇ ਪਰਦਮੀ ਅਰਦਮਨ ਸਿੰਘ ਨੂੰ ਤੂੰ ਜਾ ਕੇ ਆਖ ਦੇਈਂ ਕਿ 2 ਮਹੀਨੇ ਦੀ ਛੁੱਟੀ ਲੈ ਕੇ ਆ ਜਾਵੇ। ਪਰ ਸ਼ੌਕ, ਮਹਾਨ ਸ਼ੌਕ, ਸਰਕਾਰੀ ਨੌਕਰੀਆਂ ਦੇ ਰੁਝੇਵਿਆਂ ਕਾਰਨ ਇਸ ਗੱਲ ਨੂੰ ਕਿਸੇ ਨਾ ਗੌਲਿਆ। ਬੀਬੀ ਲਖਵੰਤ ਕੌਰ ਦੇ ਪਤੀ ਨੇ ਸਰਦਾਰ ਬੇਅੰਤ ਸਿੰਘ, ਹੁਣ ਅਸਿਸਟੈਂਟ ਗੈਰੀਸਨ ਇੰਜੀਨੀਅਰ, ਨੇ ਕਿਹਾ ਕਿ ਦਸੰਬਰ ਵਿੱਚ ਚੱਲਾਂਗੇ ਤੇ ਲੇਖਕ ਨੇ ਸਤੰਬਰ ਦੀਆਂ ਛੁੱਟੀਆਂ ਦਾ ਦਾਇਆਂ ਬੰਨ੍ਹੀ ਰੱਖਿਆ, ਨਾ ਚਿਤਵਦੇ ਹੋਏ ਕਿ ਅਗਸਤ ਵਿੱਚ ਕਿਹੜਾ ਭਾਣਾ ਵਰਤਣ ਲੱਗਾ ਸੀ। ਸਰਦਾਰ ਗੁਰਦਿਆਲ ਸਿੰਘ ਜੀ ਦੀ ਜ਼ਬਾਨੀ। ਦੇਹਰਾਦੂਨ ਦੇ ਅਖੀਰਲੇ ਸਮੇਂ ਦੀ ਗੱਲ ਹੈ ਕਿ ਇੱਕ ਦਿਨ ਰਾਗੀਆਂ ਨੇ ਪ੍ਰਸ਼ਾਦੇ ਸੰਬੰਧੀ ਕੁਝ ਟੀਕਾ ਟਿੱਪਣੀ ਕੀਤੀ। ਬਾਬਾ ਜੀ ਨੇ ਸਭ ਨੂੰ ਬੁਲਾ ਕੇ 15-16 ਰਾਗੀਆਂ ਨੂੰ ਅੱਡ ਖੜਾ ਕਰ ਦਿੱਤਾ। 15 ਕੁ ਮਿਸਤਰੀ ਵੀ ਠਾਠ ਵਿੱਚ ਲੱਕੜ ਦਾ ਕੰਮ ਬਣਾ ਰਹੇ ਸਨ। ਉਹਨਾਂ ਨੂੰ ਵੀ ਇੱਕ ਪਾਸੇ ਖੜਾ ਕਰ ਦਿੱਤਾ ਤੇ ਸਭਨਾਂ ਨੂੰ ਬੜੀ ਤਾੜਨਾ ਕੀਤੀ। ਮਿਸਤਰੀਆਂ ਨੂੰ ਤਾਂ ਇਹ ਕਿਹਾ ਕਿ ਤੁਸਾਂ ਤਾਂ 8-8 ਆਨੇ ਰੋਜ਼ ਦਾ ਕੰਮ ਕਰਦੇ ਹੋ, 2-2 ਰੁਪਏ ਦੇ ਪ੍ਰਸ਼ਾਦੇ ਛਕ ਜਾਂਦੇ ਹੋ ਤੇ ਘਰ ਜਾ ਕੇ ਕਹੋਗੇ ਕਿ ਅਸੀਂ ਸੇਵਾ ਕਰਕੇ ਆਏ ਹਾਂ। ਜਾਓ ਆਪਣੇ ਘਰੋਂ ਘਰੀ। ਰਾਗੀਆਂ ਨੂੰ ਕਿਹਾ, ਤੁਹਾਡੀ ਚਾਹ ਬੰਦ ਹੋ ਗਈ ਹੈ। ਤਾੜਨਾ ਕਰਕੇ ਆਪ ਤਾਂ ਅੰਦਰ ਚਲੇ ਗਏ। ਮਿਸਤਰੀ ਸਲਾਹ ਕਰਨ ਲੱਗੇ ਕਿ ਆਟਾ ਜਾ ਕੇ ਲੈ ਆਈਏ ਤੇ ਪ੍ਰਸ਼ਾਦੇ ਬਣਾਈਏ, ਪਰ ਕੌਣ ਜਾਏ। ਇਹ ਤੇ ਫੈਸਲਾ ਨਾ ਕਰ ਸਕੇ, ਸੋ ਭੁੱਖੇ ਹੀ ਪੈ ਗਏ। 1-2 ਘੰਟੇ ਪਿੱਛੋਂ ਫਿਰ ਬਾਬਾ ਜੀ ਨੇ ਬੁਲਾਇਆ ਤੇ ਪ੍ਰਸ਼ਾਦੇ ਦੀ ਬਾਬਤ ਪੁੱਛਿਆ। ਵਿੱਚੋਂ ਸੇਵਾ ਸਿੰਘ ਨੇ ਕਾਲਾ ਮਾਲਾ ਕਰ ਦਿੱਤਾ। ਫਿਰ ਕਿਹਾ ਕਿ ਜਾਓ ਬੋਹੜ ਹੇਠਾਂ, ਉੱਥੇ ਰਾਜਮਾਤਾ ਹੋਰਾਂ ਵੱਲੋਂ ਪੂਰੀਆਂ ਤੇ ਛੋਲੇ ਤਿਆਰ ਹੋ ਕੇ ਆਏ ਹੋਏ ਸਨ, ਜਿਨ੍ਹਾਂ ਨੂੰ ਛਕ ਕੇ ਸਾਰੇ ਤ੍ਰਿਪਤ ਹੋ ਗਏ। ਪ੍ਰਸ਼ਾਦਾ ਤਾਂ ਲੰਗਰ ਵਿੱਚੋਂ ਮਿਲਣ ਲੱਗ ਪਿਆ, ਪਰ ਤਾੜਨਾ ਨਾਲ ਸਾਰੇ ਸਿੱਧੇ ਤੀਰ ਹੋ ਗਏ। ਭਾਈ ਸਾਹਿਬ ਕਰਤਾਰ ਸਿੰਘ ਜੀ ਦੀ ਜ਼ੁਬਾਨੀ। ਇਹਨਾਂ ਦਿਨਾਂ ਦੀ ਗੱਲ ਹੈ ਕਿ ਸ੍ਰੀ ਅੰਮ੍ਰਿਤਸਰ ਦੀ ਸੰਗਤ ਸਪੈਸ਼ਲ ਬੱਸਾਂ ਤੇ ਪੌਂਦੇ ਠਾਠ ਤੇ ਰਾਤ ਦੇ 12 ਵਜੇ ਪੁੱਜੀ। ਸਵੇਰ ਦਾ ਕੀਰਤਨ ਤਾਂ ਅੱਗੇ ਵਾਂਗ ਹੋਇਆ, ਪਰ ਦੁਪਹਿਰ ਨੂੰ ਮੈਨੂੰ ਤੇ ਗਿਆਨੀ ਕਰਤਾਰ ਸਿੰਘ ਨੂੰ ਬੁਲਾ ਕੇ ਬਾਬਾ ਜੀ ਨੇ ਫਰਮਾਇਆ ਕਿ ਅੰਮ੍ਰਿਤਸਰ ਦੀ ਸੰਗਤ ਆਈ ਹੈ, ਸ਼ਾਮ ਨੂੰ ਕੋਈ ਚੰਗਾ ਸੋਚ ਕੇ ਪ੍ਰਕਰਨ ਕਰਨਾ। ਉਪਰੰਤ ਅਸੀਂ ਬਾਹਰ ਆ ਗਏ ਤੇ ਪਰਸਪਰ ਵਿਚਾਰ ਕਰਕੇ ਇਹ ਸੋਚਿਆ ਕਿ ਬਾਬਾ ਜੀ ਦੀ ਮਨਪਸੰਦ ਕਵਿਤਾ ਦਿਖਾ ਦੇ ਵਾਸਤਾ ਆਪਣਾ ਵੋਹੀ ਤਸਵੀਰ ਗੁਰੂ ਨਾਨਕ ਪੜਾਂਗੇ। ਜਦ ਦੀਵਾਨ ਸਜਿਆ ਤਾਂ ਹਾਲੀ ਕਥਾ ਹੋ ਰਹੀ ਸੀ ਕਿ ਸਾਨੂੰ ਦੋਹਾਂ ਨੂੰ ਬਾਬਾ ਜੀ ਨੇ ਅੰਦਰ ਫੇਰ ਸੱਦਿਆ ਤੇ ਪੁੱਛਣ ਲੱਗੇ ਕਿ ਕਿਹੜਾ ਪ੍ਰਕਰਨ ਸੋਚਿਆ ਜੀ। ਮੈਂ ਬੇਨਤੀ ਕੀਤੀ ਕਿ ਦਿਖਾ ਦੇ ਵਾਸਤਾ ਆਪਣਾ ਵਾਲੀ ਕਵਿਤਾ ਪੜ੍ਹਨ ਦਾ ਵਿਚਾਰ ਹੈ। ਬਾਬਾ ਜੀ, ਅੰਮ੍ਰਿਤਸਰ ਦੀ ਸੰਗਤ ਹੈ, ਬਾਣੀ ਸੁਣਨ ਵਾਲੀ ਹੈ, ਇਹ ਤੁਹਾਡੀਆਂ ਕਵਿਤਾ ਨਹੀਂ ਸੁਣਨ ਆਈ, ਹੋਰ ਕੋਈ ਪ੍ਰਕਰਨ ਦੱਸੋ। ਇਸ ਪਰ ਮੈਂ 6-7 ਪ੍ਰਕਰਨ ਦੱਸੇ, ਪਰ ਬਾਬਾ ਜੀ ਨੇ ਪ੍ਰਵਾਨਗੀ ਨਾ ਦਿੱਤੀ। ਫਿਰ ਸਾਨੂੰ ਤਾੜਨਾ ਕਰਨ ਲੱਗੇ,
ਤੁਹਾਨੂੰ ਜੋ ਕਿਹਾ ਸੀ ਕਿ ਸੋਚ ਕੇ ਆਉਣ, ਕਿਉਂ ਨਹੀਂ ਸੋਚਿਆ? ਇੰਨੀ ਤਾੜਨਾ ਕੀਤੀ ਕਿ ਦੀਵਾਨ ਵਿੱਚ ਆਉਣ ਤੋਂ ਵੀ ਰੋਕ ਦਿੱਤਾ। ਬਾਬਾ ਜੀ ਆਪ ਦੀਵਾਨ ਵਿੱਚ ਪਧਾਰੇ। ਜਦ ਕਥਾ ਦਾ ਭੋਗ ਪੈ ਗਿਆ ਤਾਂ ਪੁੱਛਣ ਲੱਗੇ, ਕਰਤਾਰ ਕਿੱਥੇ ਹੈ? ਇਸ ਪਰ ਸੇਵਾਦਾਰ ਸਾਨੂੰ ਬੁਲਾ ਕੇ ਲੈ ਗਿਆ। ਅਸੀਂ ਕੀਰਤਨ 'ਤੇ ਬੈਠ ਗਏ। ਕੀਰਤਨ ਸ਼ੁਰੂ ਕਰਨ ਲੱਗਿਆਂ ਮੈਂ ਬਾਬਾ ਜੀ ਵੱਲ ਤੱਕਿਆ ਕਿ ਕੁਝ ਇਸ਼ਾਰਾ ਦੇਣਗੇ, ਪਰ ਉਹਨਾਂ ਨੇ ਮੇਰੇ ਵੱਲ ਦ੍ਰਿਸ਼ਟੀ ਹੀ ਨਾ ਕੀਤੀ। ਮੈਂ ਸੋਚ ਕੇ ਤਾਂ ਦਿਖਾ ਦੇ ਵਾਸਤਾ ਆਪਣਾ ਵਾਲਾ ਪ੍ਰਕਰਨ ਆਇਆ ਸੀ, ਸੋ ਇਸ ਹੁਕਮ ਅਨੁਸਾਰ ਉਹ ਹੀ ਸ਼ੁਰੂ ਕਰ ਦਿੱਤਾ। ਬਾਬਾ ਜੀ ਨੇ ਝਟ ਬੈਰਾਗਨ 'ਤੇ ਸੀਸ ਰੱਖ ਲਿਆ। ਮੈਂ ਬੜੇ ਜ਼ੋਰ ਨਾਲ ਇਹ ਪ੍ਰਕਰਨ 1.5 ਕੁ ਘੰਟਾ ਕੀਤਾ। ਸੰਗਤ ਬੜੀ ਪ੍ਰਸੰਨ ਜਾਪਦੀ ਸੀ। ਕੀਰਤਨ ਦੇ ਪਿੱਛੋਂ ਸੋਦਰ ਲਾਇਆ। ਉਪਰੰਤ ਬਾਬਾ ਜੀ ਆਪ ਬਚਨ ਕਰਦੇ ਰਹੇ। ਦੀਵਾਨ ਦੀ ਸਮਾਪਤੀ 'ਤੇ ਜਦ ਮੈਂ ਬਾਹਰ ਨਿਕਲਿਆ ਤਾਂ ਅੰਮ੍ਰਿਤਸਰ ਦੀ ਸਾਰੀ ਸੰਗਤ ਮੇਰੇ ਆਲੇ ਦੁਆਲੇ ਹੋ ਕੇ ਕਹਿਣ ਲੱਗੀ, ਕਰਤਾਰ ਸਿੰਘ, ਅੱਜ ਤਾਂ ਬਹੁਤ ਸੋਹਣਾ ਸਮਾਂ ਬਣਾ ਦਿੱਤਾ ਸੀ। ਪ੍ਰਸ਼ੰਸਾ ਦੇ ਇਹ ਸ਼ਬਦ ਸੁਣ ਮੇਰੇ ਮਨ ਵਿੱਚ ਕੁਝ ਹੰਕਾਰ ਆ ਗਿਆ ਕਿ ਭਈ ਬਾਬਾ ਜੀ ਤਾਂ ਇਹ ਕਵਿਤਾ ਪੜ੍ਹਨੋਂ ਰੋਕਦੇ ਸਨ, ਪਰ ਵੇਖੋ ਕਿਤਨਾ ਚੰਗਾ ਸਮਾਂ ਬਣਿਆ ਹੋ। ਮੇਰੇ ਇਤਨੇ ਸੋਚਣ ਦੀ ਦੇਰ ਸੀ ਕਿ ਝਟ ਅੰਦਰੋਂ ਬਾਬਾ ਈਸ਼ਰ ਸਿੰਘ ਜੀ ਰਾਹੀਂ ਸਾਨੂੰ ਦੋਹਾਂ ਨੂੰ ਬੁਲਾਇਆ। ਜਦ ਅਸੀਂ ਅੰਦਰ ਪੁੱਜੇ ਤਾਂ ਬਾਬਾ ਜੀ ਮਣੇ ਦੇ ਉੱਪਰ ਬਿਰਾਜ ਰਹੇ ਸਨ। ਮਰਿਆਦਾ ਅਨੁਸਾਰ ਸਤਨਾਮ ਦਾ ਵਾਜਾ ਦਿੱਤਾ। ਪਰਾਂ ਉੱਤੇ ਖਲੋ ਕੇ ਹੀ ਸਾਨੂੰ ਬੜੀ ਸਖਤ ਤਾੜਨਾ ਚਾਹ ਕੀਤੀ। ਸੰਗਤ ਗਾਲਾਂ ਕੱਢ ਰਹੀ ਹੈ, ਤੁਹਾਨੂੰ ਵੀ ਤੇ ਮੈਨੂੰ ਵੀ, ਇਹਨਾਂ ਨੂੰ ਬਾਣੀ ਯਾਦ ਨਹੀਂ ਆਦਿ ਇਵੇਂ ਮੇਰੇ ਮਨ ਨੂੰ ਤਾਂ ਨਿਸਲ ਕਰ ਦਿੱਤਾ। ਫਿਰ ਭਾਈ ਜੀ, ਸਵੇਰ ਦਾ ਸਮਾਂ ਵੇਖਾਂਗੇ, ਜੇ ਨਾ ਬਣਿਆ ਤਾਂ ਤੁਹਾਨੂੰ ਇੱਥੋਂ ਤੋਰ ਦਿਆਂਗੇ। ਪਰ ਅਸੀਂ ਬਾਹਰ ਆਏ ਹੀ ਸਾਂ ਕਿ ਹਜੂਰੀਏ ਦੇ ਹੱਥ ਪ੍ਰਸ਼ਾਦ ਦੀ ਟੋਕਰੀ ਵੀ ਭੇਜ ਦਿੱਤੀ। ਜਦ ਬਾਬਾ ਈਸ਼ਰ ਸਿੰਘ ਜੀ ਸਾਨੂੰ ਪ੍ਰਸ਼ਾਦ ਦੇਣ ਲੱਗੇ ਤਾਂ ਮੈਂ ਕਿਹਾ, ਕਾਹਦਾ ਪ੍ਰਸ਼ਾਦ ਲਈਏ, ਅਸੀਂ ਤਾਂ ਸਮਾਂ ਹੀ ਨਹੀਂ ਬਣਾਇਆ। ਕਹਿਣ ਲੱਗੇ, ਇਵੇਂ ਨਹੀਂ, ਅੰਦਰ ਜਾ ਕੇ ਬਾਬਾ ਜੀ ਨੇ ਕਿਹਾ ਸੀ ਕਿ ਅੱਜ ਮੁੰਡੇ ਨੇ ਤਾਂ ਸਮਾਂ ਤਾਂ ਸੋਹਣਾ ਬਣਾਇਆ ਹੈ, ਪਰ ਲਿਆ ਜਰਾ ਠੋਕ ਦਈਏ, ਕਿਤੇ ਹੰਕਾਰ ਵਿੱਚ ਨਾ ਆ ਜਾਵੇ। ਇਸ ਤਰ੍ਹਾਂ ਕੱਢਦੇ ਸਨ ਸਾਡੇ ਮਨਾਂ ਵਿੱਚੋਂ ਹੰਕਾਰ। ਆਏ ਸੰਗੀਆਂ ਨੂੰ ਬਾਬਾ ਜੀ ਛੁੱਟੀ ਨਹੀਂ ਸਨ ਦੇਣਾ ਚਾਹੁੰਦੇ, ਪਰ ਨਾਲ ਇਹ ਵੀ ਕਹਿਣਾ ਕਿ ਅਸੀਂ ਕੰਮ ਕਿਰਤ ਵਾਲਿਆਂ ਨੂੰ ਜਾਣੋ ਕਦੇ ਰੋਕਿਆ ਨਹੀਂ। ਇੱਕ ਦਿਨ ਜਦ ਕੁਝ ਸੰਗੀ ਜਾ ਕੇ ਵਾਪਸ ਮੁੜ ਆਏ ਤਾਂ ਉਹਨਾਂ ਨੂੰ ਖੁਸ਼ ਹੋ ਕੇ ਕਿਹਾ, ਚੰਗਾ ਕੀਤਾ ਜੇ ਤੁਸੀਂ ਵਾਪਸ ਆ ਗਏ ਹੋ, ਸੇਵਾ ਕਰ ਲਵੋ, ਇਹੀ ਮੌਕਾ ਹੈ। ਤੁਹਾਡੀਆਂ ਜੋ ਲੋੜਾਂ ਹਨ ਉਹ ਵੀ ਦੱਸ ਦਿਓ, ਸਰੀਰ ਕਰਕੇ ਫਿਰ ਦਰਸ਼ਨ ਮੇਲੇ ਨਹੀਂ ਹੋਣੇ। ਸਰਦਾਰ ਸੰਪੂਰਨ ਸਿੰਘ ਜੀ ਦੀ ਜ਼ਬਾਨੀ ਸਾਨੂੰ ਪਾਉਂਦੇ ਠਾਠ 'ਤੇ ਵਾੜ ਲਾਉਣ ਲਈ ਕਿਹਾ। ਜਦ ਅਸੀਂ ਮੋੜਿਆ ਕਟਾ ਲਈਆਂ ਤਾਂ ਬਾਬਾ ਜੀ ਨੇ ਸਾਨੂੰ ਸਮਝਾਇਆ ਕਿ ਵਾੜ ਕਿਵੇਂ ਲਾਣੀ ਹੈ। ਮੈਂ ਵਿਸ਼ਨੂੰ ਨੂੰ ਨਾਲ ਲੈ ਕੇ ਬੜਾ ਜ਼ੋਰ ਲਾ ਕੇ ਪੂਰੀ ਕੀਤੀ, ਪਰ ਬਾਬਾ ਜੀ ਨੇ ਕਿਹਾ ਕਿ ਇਹ ਠੀਕ ਨਹੀਂ ਲੱਗੀ। ਕੁਝ ਅੱਕ ਕੇ ਮੈਂ ਸਾਥੀ ਨੂੰ ਕਿਹਾ, ਵਿਸ਼ਨੂੰ, ਇਹ ਤਾਂ ਫਾਹੇ ਦੇਣ ਵਾਲੀ ਗੱਲ ਹੈ। ਸੋ ਅਸੀਂ ਵੀ ਢਿੱਲੇ ਹੋ ਗਏ। ਮੈਂ ਘਰ ਵਾਪਸ ਜਾਣਾ ਸੀ। ਮੈਨੂੰ ਫਰਮਾਉਣ ਲੱਗੇ, ਭਾਈ ਤੂੰ ਤਾਂ ਜਾਣਾ ਹੈ, ਪਹਿਲਾਂ ਵਾੜ ਪੂਰੀ ਕਰ। ਹੁਕਮ ਮੰਨ ਮੈਂ ਤੇ ਵਿਸ਼ਨੂੰ ਸਾਰਾ ਦਿਨ ਵਾੜ ਲਾਉਂਦੇ ਰਹੇ, ਪਰ ਬਾਬਾ ਜੀ ਨੂੰ ਫਿਰ ਵੀ ਪਸੰਦ ਨਾ ਆਈ। ਕਹਿਣ ਲੱਗੇ, ਇਸ ਵਿੱਚੋਂ ਤਾਂ ਗਿੱਦੜ ਲੰਘ ਜਾਣਗੇ ਤੇ ਤੰਗ ਕਰਨਗੇ, ਘਰਾਸ ਆੜੇ ਰੁੱਖ ਕਰਕੇ ਵਾੜ ਲਾਓ। ਇਸ ਤਰ੍ਹਾਂ ਅਗਲੇ ਦਿਨ ਵੀ ਅਸੀਂ ਵਾੜ ਲਾਉਂਦੇ ਰਹੇ। ਛੁੱਟੀ ਤਾਂ ਮਿਲ ਗਈ। ਛੁੱਟੀ ਲੈ ਹਾਲੀ ਮੈਂ ਪਹੁੰਚਿਆ ਸੀ ਕਿ ਮਾਸਟਰ ਈਸ਼ਰ ਸਿੰਘ ਕੋਲੋਂ ਲਿਖਵਾਈ ਹੋਈ ਚਿੱਠੀ ਆ ਗਈ। ਇਹ ਸਭ ਚੋਜ ਜਾਂ ਹੁਕਮ ਮਨਾਉਣ ਦੀ ਸਿਖਲਾਈ ਲਈ ਸਨ, ਜਾਂ ਸਾਨੂੰ ਆਖਰੀ ਸਮੇਂ ਵਿੱਚ ਸੰਗਤਾਂ ਵੱਧ ਤੋਂ ਵੱਧ ਵਕਤ ਦੇਣ ਦੇ ਮਨਸਾ ਨਾਲ ਸਨ, ਪਰ ਅਸੀਂ ਨਹੀਂ ਹੀ ਸੀ ਸਮਝਦੇ। ਉਹਨਾਂ ਦਿਨਾਂ ਵਿੱਚ ਰੋਜ਼ ਕੋਈ ਨਾ ਕੋਈ ਕਰਤੱਵ ਕਰਦੇ ਰਹਿਣਾ, ਕਿਸੇ ਨੂੰ ਤਾੜਨਾ, ਕਿਸੇ ਨੂੰ ਛੁੱਟੀ, ਕਿਸੇ ਦੀ ਪ੍ਰੀਖਿਆ, ਕਿਸੇ ਦੀ ਚਾਹ ਬੰਦ, ਕਦੇ ਵੈਰਾਗ ਦੀਆਂ ਗੱਲਾਂ ਹੀ ਦਿਨ ਰਾਤ ਕਰਦੇ ਰਹਿਣ। ਇੱਕ ਸੰਗੀ ਨੇ ਦੱਸਿਆ ਕਿ ਇੱਕ ਦਿਨ ਜਦ ਅਸਾਂ ਪੱਖਾ ਫੇਰਾ ਪਾਣੀ ਢੋਵਾ
ਤੇਰੀਆਂ ਸੰਗਤਾਂ ਦੀ ਧਾਰਨਾ ਨਾਲ ਸ਼ਬਦ ਪੜਿਆ। ਸੂਹੀ ਮਹਿਲਾ ਚੌਥਾ ਤੇ ਕੋਈ ਆਣ ਮਿਲਾਵੇ ਮੇਰੇ ਪ੍ਰੀਤਮ ਪਿਆਰਾ। ਤਾਂ ਬਾਬਾ ਜੀ ਸੰਗਤ ਵਿੱਚ ਹੀ ਪੁੱਛਣ ਲੱਗੇ, ਨਿਰਾ ਸ਼ਬਦ ਹੀ ਪੜ੍ਹਦੇ ਹੁੰਦੇ ਹੋ ਕਿ ਅਮਲ ਵੀ ਕਰਦੇ ਹੋ? ਕਦੀ ਪੱਖਾ ਫੇਰਿਆ ਜਾਂ ਪਾਣੀ ਪਿਆਇਆ ਵੀ ਹੈ? ਅਸੀਂ ਦੋਵੇਂ ਉਸੇ ਵੇਲੇ ਪੱਖਾ ਲੈ ਕੇ ਪਿੱਛੇ ਖਲੋ ਪੱਖਾ ਕਰਨ ਲੱਗ ਪਏ। ਇਹ ਪਹਿਲੀ ਵੇਰੀ ਸੀ ਜਦ ਬਾਬਾ ਜੀ ਦੀ ਸੰਗਤ ਵਿੱਚ ਅਸਾਂ ਪੱਖਾ ਝੱਲਿਆ। ਨਹੀਂ, ਤੂੰ ਕਵੀ ਪਾਸ ਚਲੇ ਜਾਣਾ, ਉਹ ਤੇਰੇ ਨਾਲੋਂ ਵੱਡਾ ਹੈ। ਉਸ ਦੀ ਸਿੱਖਿਆ ਸੁਮਤ ਵਿੱਚ ਰਹਿਣਾ, ਉਸ ਦੀ ਸਾਡੇ 'ਤੇ ਬੜੀ ਸ਼ਰਧਾ ਹੈ। ਲਗਭਗ ਜੂਨ ਦੇ ਮਹੀਨੇ ਵਿੱਚ ਹੀ ਇਹਨਾਂ ਨੂੰ ਸ੍ਰੀ ਤੇਗ ਬਹਾਦਰ ਜੀ ਦੀ ਬਾਣੀ ਪੜ੍ਹਨ ਦਾ ਵਿਸ਼ੇਸ਼ ਹੁਕਮ ਬਾਬਾ ਜੀ ਨੇ ਦਿੱਤਾ। ਇਸ ਵਿੱਚ ਵੀ ਕੋਈ ਭੇਦ ਨਹੀਂ ਸੀ, ਜੋ ਕਿ ਪਿਛਲਿਆਂ ਤੇ ਅਗਲਿਆਂ ਬਚਨਾਂ ਤੋਂ ਖੁੱਲ੍ਹ ਜਾਂਦਾ ਹੈ। ਇਸ ਸਮੇਂ ਪਹਿਲਾਂ ਵੀ ਪਟਿਆਲੇ ਵਾਲੇ ਸਰਦਾਰ ਹਰਚੰਦ ਸਿੰਘ ਨੂੰ ਕਿਹਾ, ਦੱਸਿਆ ਜਾਂਦਾ ਹੈ ਕਿ ਜੇ ਇਸ ਮੁੰਡੇ ਨੂੰ ਝਾੜੂ ਦੇਵੋਗੇ ਤਾਂ ਵੇਖੋਗੇ ਕੀ ਰੰਗ ਲੱਗਦਾ ਹੈ। ਸਰਦਾਰ ਬਾਲਕ ਸਿੰਘ ਜੀ ਅਨੁਸਾਰ ਇੱਥੇ ਬਾਬਾ ਜੀ ਦੇ ਰੂਬਰੂ ਇੱਕ ਦਿਨ ਗੱਲ ਚੱਲੀ ਕਿ ਪਿੱਛੋਂ ਕਿਸੇ ਨੂੰ ਤਾਂ ਅਧਿਕਾਈ ਬਣਾਉਣਗੇ। ਇੰਨੇ ਚਿਰ ਵਿੱਚ ਬਾਬਾ ਈਸ਼ਰ ਸਿੰਘ ਜੀ ਪੁੱਜੇ। ਇਹਨਾਂ ਉਸ ਵੇਲੇ ਆਪਣੇ ਮੂੰਹ 'ਤੇ ਕੱਪੜਾ ਰੱਖਿਆ ਹੋਇਆ ਸੀ ਤੇ ਬਾਬਾ ਜੀ ਲਈ ਉਬਾਲਿਆ ਹੋਇਆ ਬਨਫਸਾ ਰੱਖ ਕੇ ਚਲੇ ਗਏ। ਪਿੱਛੋਂ ਬਾਬਾ ਜੀ ਨੇ ਇਉਂ ਬਚਨ ਕੀਤਾ, ਟੁੱਕ ਮਾਤਰ ਗੱਲ ਕਰਦੇ ਹਾਂ। ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਸੇਵਾ ਦਾ ਮਰਾਤਬਾ ਹੈ। ਇਸ ਨੇ ਉੱਭੀ ਸੇਵਾ ਕੀਤੀ ਹੈ। ਪੈਰਾਂ ਦੀਆਂ ਬਿਆਈਆਂ ਪਾਟੀਆਂ ਹੋਈਆਂ ਤੇ ਹੱਥ ਫਟੇ ਹੋਏ ਸਨ। ਪੜ੍ਹਿਆ ਕੱਖ ਨਹੀਂ, ਭਗਤੀ ਕੱਖ ਨਹੀਂ, ਪਾਠ ਨਹੀਂ ਜਾਣਦਾ, ਪਰ ਇਸ ਨੇ ਹੁਕਮ ਜ਼ਰੂਰ ਮੰਨਿਆ ਹੈ। ਪਰ ਮਿਹਰ ਵੱਡੀ ਹੈ, ਇਸ ਦੇ 'ਤੇ ਵੀ ਬਹੁਤ ਹਨੇਰੀਆਂ ਖੜੀਆਂ ਹਨ। ਇਸ ਪਾਸ ਸਵਾਏ ਸੇਵਾ ਦੇ ਹੋਰ ਪੂੰਜੀ ਕੋਈ ਨਹੀਂ। ਜੋ 2-3 ਵਰੇ ਜਵਾਨੀ ਦੀ ਹਨੇਰੀ ਝੱਲ ਗਿਆ, ਪਦਾਰਥਾਂ ਨੂੰ ਪਿੱਠ ਦੇ ਗਿਆ, ਤਾਂ ਇਹ ਭਾਵੇਂ ਸੰਗਤ ਕਰਨ ਦੇ ਲਾਇਕ ਹੋ ਜਾਵੇ। ਇਹ ਮਜ਼ਮੂਨ ਇੱਥੇ ਹੀ ਛੱਡਦਿਆਂ ਇੱਥੇ ਹੋਈਆਂ ਹੋਰ ਘਟਨਾਵਾਂ ਵੱਲ ਆਈਏ। ਇੱਥੇ ਰਹਿੰਦਿਆਂ ਗੰਗਾ ਰਾਮ ਨਾਮੀ ਇੱਕ ਪਹਾੜੀਏ ਤੇ ਬਾਬਾ ਜੀ ਦੀ ਬੜੀ ਮਿਹਰ ਹੋ ਗਈ। ਦੀਵਾਨ ਵਿੱਚ ਹੀ ਉਸ ਨੂੰ ਪਹਿਲੀ ਪੌੜੀ ਲਿਖਾ ਕੇ ਪਾਠ ਕਰਨ ਲਈ ਆਪ ਦਿੱਤੀ। ਉਸ ਦਿਨ ਸਰਦਾਰ ਝਿਰਮਲ ਸਿੰਘ ਜੀ ਨਗਰੋਟੇ ਵਾਲਿਆਂ ਦੇ ਬੱਚਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਚੌਖਟੇ ਵਾਲੀ ਤਸਵੀਰ ਪ੍ਰਸ਼ਾਦ ਨਾਲ ਭੇਟਾ ਕਰਨ ਲਈ ਲਿਆਂਦੀ। ਬਾਬਾ ਜੀ ਨੂੰ ਉਹ ਤਸਵੀਰ ਚੁੱਕ ਕੇ ਗੰਗਾ ਰਾਮ ਨੂੰ ਦੇ ਦਿੱਤੀ ਤੇ ਕਿਹਾ ਕਿ ਇਸ ਦਾ ਧਿਆਨ ਕਰਕੇ ਪੂਜਾ ਕਰਿਆ ਕਰਨੀ। ਕਈ ਵੇਰੀ ਗੰਗਾ ਰਾਮ ਨੇ ਕੱਚੀ ਮੱਕੀ ਦੀ ਛੱਲੀ ਲੈ ਆਉਣੀ ਤੇ ਉਸ ਵੇਲੇ ਭੁਨਾ ਕੇ ਬਾਬਾ ਜੀ ਨੇ ਰਸਨਾ ਲਾਇਕ ਕਰ ਲੈਣੀ। ਸਰਦਾਰ ਗੁਰਦਿਆਲ ਸਿੰਘ ਜੀ ਨੇ ਦੱਸਿਆ ਕਿ 8-10 ਅਗਸਤ ਦੇ ਨੇੜੇ ਮੈਨੂੰ ਕਹਿਣ ਲੱਗੇ ਕਿ ਕਥਾ ਸੁਣਿਆ ਕਰ। ਓਨੀ ਦਿਨੀ ਕਥਾ ਡਰੌਲੀ ਹੌਰੀ ਕਰਿਆ ਕਰਦੇ ਸਨ। ਇੱਕ ਦਿਨ ਸ਼ਬਦ ਆਇਆ, ਏਤ ਛਡਾਈ ਮੋਹ ਤੇ ਇਤਨੇ ਦੜਤਾਈ। ਫਿਰ ਫਰਮਾਉਣ ਲੱਗੇ ਕਿ ਤੂੰ ਬੜਾ ਖਰਚ ਕਰਦਾ ਹੈ। ਕੱਲ੍ਹ ਤੈਥੋਂ ਲੋਕ ਪੁੱਛਣਗੇ ਤੂੰ ਸਾਥੋਂ ਕੀ ਸਿੱਖਿਆ ਹੈ ਤਾਂ ਕੀ ਦੱਸੇਗਾ। ਲੈ ਇਹ ਸ਼ਬਦ ਨੋਟ ਕਰ ਲੈ। ਉਸ ਵੇਲੇ ਹਜ਼ੂਰ ਈਸ਼ਰ ਸਿੰਘ ਜੀ ਵੀ ਪਾਸ ਸਨ। ਫਿਰ ਕਿਸੇ ਹੋਰ ਪਾਸੇ ਟੁਰ ਪਏ। ਚੰਗਾ, ਲੰਮੇ ਸਫ਼ਰ ਲਈ ਪੈਟਰੋਲ ਲੈ ਰੱਖਣਾ, ਜਲ ਪ੍ਰਵਾਹ ਕਰਨਾ, ਪੱਥਰ ਲੈਣੇ। ਜਦ ਪਿੱਛੋਂ ਮੈਂ ਰੋਣ ਲੱਗਾ ਤਾਂ ਵੈਦ ਲਾਲ ਸਿੰਘ ਨੇ ਜਾ ਕੇ ਬਾਬਾ ਜੀ ਨੂੰ ਦੱਸ ਦਿੱਤਾ। ਕਹਿਣ ਲੱਗੇ, ਸੰਗੀ ਨੂੰ ਸਭ ਕੁਝ ਦੱਸਣਾ ਪੈਂਦਾ ਹੈ। ਸਾਡਾ ਖਿਆਲ ਸੀ ਕਿ ਹੋਰ ਸਮਾਂ ਜਾਵੇਗਾ। ਅਗਸਤ ਦੀ ਪੂਰਨਮਾਸ਼ੀ ਐਤਵਾਰ 15 ਤਰੀਕ ਦੀ ਸੀ। ਭਾਈ ਕੇਹਰ ਸਿੰਘ ਕਲੇਰਾਂ ਵਾਲੇ ਨੇ ਦੱਸਿਆ ਕਿ ਇਸ ਪੂਰਨਮਾਸ਼ੀ ਦੇ ਇਲਾਕੇ ਦੇ ਅਸੀਂ 40 ਕੁ ਸੰਗੀ ਦਰਸ਼ਨਾਂ ਨੂੰ ਗਏ। ਕੁਝ ਹੋਰ ਸੰਗੀ ਟਾਂਗਿਆਂ 'ਤੇ ਜਾ ਰਹੇ ਸਨ। ਉਹ ਕਹਿਣ ਲੱਗੇ ਕਿ ਸਾਡੇ ਨਾਲ ਜਾਓਗੇ, ਕਿਰਾਇਆ ਬਹੁਤ ਲੱਗੇਗਾ। ਇਸ ਪਰ ਅਸੀਂ ਸਿੱਧਾ ਹੀ ਜਾਣ ਦਾ ਫੈਸਲਾ ਕਰ ਲਿਆ। ਨਦੀ ਬੜੀ ਚੜ੍ਹੀ ਹੋਈ ਸੀ। ਉਸ ਨੇ ਤਾਂ ਅਸਾਂ ਮੇੜ ਹੱਥ ਪਾਰ ਕੀਤਾ, ਪਰ ਉਸ ਤੋਂ ਅੱਗੇ ਹੋਰ ਆ ਗਈ। ਬਰਖਾ ਇਤਨੀ ਹੋਈ ਸੀ
ਕਿ ਇੱਕ ਰੁੜੀ ਜਾਂਦੀ ਤੀਵੀ ਨੂੰ ਪਕੜ ਕੇ ਬਚਾਇਆ। ਫਿਰ ਅਸੀਂ ਕਿਹਾ ਕਿ ਇਸ ਰਾਹੋਂ ਮੁੜ ਕੇ ਨਹੀਂ ਆਉਣਾ, ਪਰ ਵਾਪਸੀ 'ਤੇ ਦਿਨ ਚੰਗਾ ਸੀ। ਖਿਆਲ ਆ ਗਿਆ ਕਿ ਦੂਜੇ ਰਾਹ ਹੀ ਜਾਣਾ ਚਾਹੀਦਾ ਹੈ। ਕੁਝ ਕਹਿਣ ਕਿ ਤੂੰ ਐਵੇਂ ਸਮਾਂ ਖਰਚ ਕਰਾਉਂਦਾ ਹੈ। ਇਸ ਪਰ ਇੱਕ ਟਰੱਕ ਵਾਲਾ ਸਿੰਘ ਮਿਲ ਗਿਆ। ਅਸਾਂ ਉਸਨੂੰ ਕਿਹਾ ਭਾੜਾ ਦੱਸੇ, ਪਰ ਉਹ ਭਾੜਾ ਮੈਂ ਬਾਬਿਆਂ ਤੋਂ ਲਊਂ, ਤੁਸੀਂ ਚੜ੍ਹਨ ਦੀ ਕਰੋ। ਇਹ ਕਹਿ ਕੇ ਸਾਨੂੰ ਐਵੇਂ ਹੀ ਛੱਡ ਆਇਆ। ਸੰਤ ਹੀਰਾ ਸਿੰਘ ਅੰਮ੍ਰਿਤਸਰ ਵਾਲਿਆਂ ਨੇ ਦੱਸਿਆ ਕਿ ਅਗਸਤ ਦੇ ਤੀਜੇ ਹਫ਼ਤੇ ਵਿੱਚ ਅਸੀਂ ਕੁਝ ਸੰਗੀ ਰਲ ਕੇ ਦਰਸ਼ਨਾਂ ਨੂੰ ਗਏ ਤੇ ਕੀ ਦੇਖਦੇ ਹਾਂ ਕਿ ਉਸ ਰੋਜ਼ ਬਾਬਾ ਜੀ ਨੇ ਕਾਲਾ ਬਾਣਾ ਪਹਿਨਿਆ ਹੋਇਆ ਸੀ, ਇੱਥੋਂ ਤੱਕ ਕਿ ਹੱਥ ਦੀ ਸੋਟੀ ਵੀ ਕਾਲੀ ਸੀ। ਅਸੀਂ ਮਸੂਰੀ ਦਾ ਪ੍ਰੋਗਰਾਮ ਬਣਾ ਕੇ ਆਏ ਸਾਂ। ਬਾਬਾ ਜੀ ਫਰਮਾਉਣ ਲੱਗੇ, ਅਸੀਂ ਦਰਗਾਹ ਤੋਂ ਟਿਕਟ ਵੰਡਾ ਵਾਸਤੇ ਆਏ ਸਾਂ, ਪਰ ਤੁਸੀਂ ਮਸੂਰੀ ਮੇਮਾ ਨੂੰ ਵੇਖਣ ਦਾ ਪ੍ਰੋਗਰਾਮ ਬਣਾ ਆਏ ਹੋ। ਦਿਨ ਥੋੜ੍ਹੇ ਰਹਿ ਗਏ ਹਨ। ਮੈਂ ਤਾਂ ਉਦੋਂ ਹੀ ਭਾਂਪ ਗਿਆ ਕਿ ਬਹੁਤ ਛੇਤੀ ਕੋਈ ਵੱਡਾ ਭਾਣਾ ਵਰਤਣ ਵਾਲਾ ਇਵੇਂ ਹੀ ਹੋਇਆ। ਇੱਕ ਦਿਨ ਪਟਿਆਲੇ ਵਾਲੇ ਸਰਦਾਰ ਹਰਚੰਦ ਸਿੰਘ ਨਾਲ ਬਚਨ ਕੀਤਾ ਕਿ ਦੁਨੀਆ ਕਹਿੰਦੀ ਹੈ ਕਿ ਸੰਤ ਹੈ, ਪਰ ਅਸੀਂ ਤਾਂ ਹਾਲੇ ਪੂਰੇ ਸਿੱਖ ਵੀ ਨਹੀਂ ਬਣ ਸਕੇ। ਫਿਰ ਪੰਜਵੇਂ ਪਾਤਸ਼ਾਹ ਜੀ ਦਾ ਦ੍ਰਿਸ਼ਟਾਂਤ ਦਿੰਦੇ ਹੋਏ ਫਰਮਾਇਆ, ਮਨ ਦਾ ਕੀ ਇਤਬਾਰ ਹੈ। ਜਿਸ ਤਰ੍ਹਾਂ ਅੱਗੇ ਵੀ ਟੂਕ ਮਾਤਰ ਦੱਸਿਆ ਹੈ, ਇੰਨੀ ਦਿਨੀ ਵੱਧ ਤੋਂ ਵੱਧ ਸੰਗੀਆਂ ਨੂੰ ਦੇਣਾ ਚਾਹੁੰਦੇ ਸਨ ਤੇ ਕਿਤਨੇ ਦਿਨ ਦੀ ਪੂਰਨਮਾਸ਼ੀ ਦੇ ਪਿੱਛੋਂ ਆਗਿਆ ਨਾ ਦਿੱਤੀ। ਇੱਕ ਦਿਨ ਇਹ ਬਚਨ ਕੀਤਾ, ਕਵੀ ਜਿਹੜਾ ਸੰਗੀ ਆਉਂਦਾ ਹੈ, ਸਾਡਾ ਦਿਲ ਕਰਦਾ ਹੈ ਕਿ ਇਸ ਦਾ ਸਿਖਰ ਤੇ ਹੱਥ ਪਹੁੰਚਾ ਦੇਈਏ, ਪਰ ਸੰਗੀ ਕਦੀ ਇੱਧਰ ਜਾਂਦਾ ਹੈ ਕਦੀ ਉੱਧਰ, ਤੇ ਉਸਦੀ ਭਾਵਨਾ ਪੂਰੀ ਨਾ ਹੋਵੇ ਤਾਂ ਉਹ ਕਹਿੰਦਾ ਹੈ ਕਿ ਮੈਂ ਇੱਥੇ ਆਇਆ ਹੀ ਕਿਉਂ। ਤੇ ਜੇ ਭਾਵਨਾ ਪੂਰੀ ਹੋ ਜਾਵੇ ਤਾਂ ਸੰਗੀ ਧੱਕਾ ਖਾ ਜਾਂਦਾ ਹੈ। ਦੁਨਿਆਵੀ ਮੰਗ ਪੂਰੀ ਕਰਨੀ ਦਰਗਾਹ ਤੋਂ ਧੱਕਾ ਦੇਣਾ ਹੈ। ਬਾਬਾ ਜੀ ਆਪਣੀ ਸੂਖਮ ਦ੍ਰਿਸ਼ਟੀ ਦੁਆਰਾ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਵੀ ਸੰਗੀਆਂ ਨੂੰ ਉਪਦੇਸ਼ ਦਿਆ ਕਰਦੇ। ਪੂਰਨਮਾਸ਼ੀ ਦੇ ਪਿੱਛੋਂ ਇੱਕ ਦਿਨ ਕਵੀ ਜੀ, ਸਰਦਾਰ ਸੰਪੂਰਨ ਸਿੰਘ ਜੀ, ਸਰਦਾਰ ਨਰਿੰਦਰ ਸਿੰਘ, ਸਰਦਾਰ ਇਕਬਾਲ ਸਿੰਘ, ਸਰਦਾਰ ਜਸਵੰਤ ਸਿੰਘ, ਸਰਦਾਰ ਗੁਰਦਿਆਲ ਸਿੰਘ, ਸਰਦਾਰ ਸਰਮੁਖ ਸਿੰਘ ਵਕੀਲ ਆਦਿ ਨਾਲ ਬਾਬਾ ਜੀ ਸੰਗਤ ਵਿੱਚ ਇੱਕ ਛੱਪਰ ਹੇਠਾਂ ਹੋਏ ਸਨ ਕਿ ਇੱਕ ਮਕੜਾ ਤਾਰ ਕੱਢਦਾ ਹੋਇਆ ਹੇਠਾਂ ਆਇਆ ਤੇ ਤਾਰ ਨਾਲ ਝੂਟਣ ਲੱਗ ਗਿਆ। ਤਾਂ ਉਸ ਨੂੰ ਦੇਖ ਕੇ ਫਰਮਾਨ ਲੱਗੇ, ਦੇਖੋ ਮਕੜਾ ਆਪਣੇ ਅੰਦਰੋਂ ਹੀ ਤਾਰ ਕੱਢ ਕੇ ਆਨੰਦ ਲੈ ਰਿਹਾ ਹੈ। ਇਸ ਤਰ੍ਹਾਂ ਮਨੁੱਖ ਵੀ ਆਪਣੀ ਅਨੁਭਵਤਾ ਦੁਆਰਾ ਸੁੱਖ ਮਾਣ ਸਕਦਾ ਹੈ। 24 ਅਗਸਤ ਦੇ ਲਗਭਗ ਸਰਦਾਰ ਨਰਿੰਦਰ ਸਿੰਘ ਜੀ ਅਨੁਸਾਰ ਸਾਡੇ ਸਾਹਮਣੇ ਡਰੋਲੀ ਹੋਰਾਂ ਤੋਂ ਇੱਕ ਦਿਨ ਪੁੱਛਿਆ ਕਿ ਮੱਸਿਆ ਕਦੋਂ ਹੈ। ਉਸਦੇ ਬੇਨਤੀ ਕਰਨ ਤੇ ਇਉਂ ਬਚਨ ਕੀਤਾ, ਹਾਂ ਆ ਗਈ, ਫਿਰ ਮੱਸਿਆ ਤਾਂ ਆ ਗਈ, ਅੱਛਾ ਵਾਹ ਵਾਹ। ਬਚਨ ਕਰਕੇ ਇਸ ਲਹਿਜੇ ਤੋਂ ਵੀ ਅਸਾਂ ਅਨੁਮਾਨ ਲਾਇਆ ਕਿ ਕੁਝ ਭਾਣਾ ਵਰਤਣ ਵਾਲਾ ਹੈ। ਦੇਸ਼ ਨੂੰ ਵਾਪਸੀ। ਪੌਂਡੇ ਠਾਠ ਦਾ ਵਾਤਾਵਰਨ ਦੱਸ ਰਿਹਾ ਸੀ ਕਿ ਹੁਣ ਹੇਠਾਂ ਜਾਣ ਦਾ ਹੁਕਮ ਆ ਰਿਹਾ ਹੈ। ਰੌ ਰੀਤ ਅਨੁਸਾਰ ਜਦ ਸੰਗੀ ਬੇਨਤੀਆਂ ਕਰਨ ਲੱਗੇ ਤਾਂ ਸਭ ਨੂੰ ਤਸੱਲੀ ਦੇਣ ਲਈ ਬਾਬਾ ਜੀ ਨੇ ਕਈ ਰਮਜ਼ਾਂ ਮਾਰੀਆਂ। ਪਹਿਲਾਂ ਜਗਰਾਓਂ ਵਾਲੇ ਪਾਸੇ ਬਾਬਤ, ਉੱਧਰ ਤਾਂ ਅਸਾਂ ਉਮਰ ਦੇ ਬੜੇ ਵਰੇ ਦਿੱਤੇ ਹਨ। ਫਿਰ ਉਹ ਕਹਿਣ ਲੱਗੇ, ਸਾਡੀ ਥਾਂ ਨਹੀਂ। ਫਿਰ ਦਿੱਲੀ ਦੀ ਸੰਗਤ ਵੱਲ ਇਸ਼ਾਰਾ ਕਰਦਿਆਂ, ਉੱਥੇ ਤਾਂ ਕਵੀ ਤੇ ਸੰਪੂਰਨ ਸਿੰਘ ਬੈਠੇ ਹੋਏ ਨੇ, ਨਾਲੇ ਦਿੱਲੀ ਭਾਈ ਬੜੇ ਪੜ੍ਹੇ ਲਿਖੇ ਆਦਮੀ ਰਹਿੰਦੇ ਨੇ, ਉੱਥੇ ਬੜਾ ਦਿਮਾਗ ਖਰਚ ਕਰਨਾ ਪੈਂਦਾ ਹੈ, ਉੱਧਰ ਕੀ ਜਾਣਾ ਹੈ। ਬਾਗਾਂ ਵੱਲ ਸਰਦਾਰ ਜਸਵੰਤ ਸਿੰਘ ਦੇ ਬੇਨਤੀ ਕਰ, ਪਰ ਉੱਥੇ ਪਾਠ ਹੋ ਹੀ ਰਹੇ ਹਨ। ਠੀਕ ਹੈ, ਹੁਣ ਸਮਾਂ ਨਹੀਂ। ਸਰਦਾਰ ਹਰਚੰਦ ਸਿੰਘ ਵੱਲ ਪਿੰਜੌਰ ਗਏ ਤਾਂ ਸਿਰਫ ਪਟਿਆਲਾ ਤੇ ਹੀ ਭੁਗਤਾਂਗੇ। ਕਪਤਾਨ ਸਾਈ ਵੱਲ ਝਾਕ ਕੇ ਇਹ ਕਹਿੰਦਾ ਹੈ ਕਿ ਮੋਗੇ ਚੱਲੋ, ਪਰ ਚੱਲੀਏ ਉਸੇ ਜਿੱਥੇ ਸਭਨਾਂ ਨੂੰ ਦਰਸ਼ਨ ਹੋਣ। ਫਿਰ ਜਗਰਾਓਂ ਦਾ ਨਾਮ ਲੈ ਕੇ, ਇੱਥੇ ਹਰ ਸਮੇਂ ਹਰ ਚੀਜ਼ ਠੀਕ ਹੈ, ਆਪਣੇ ਹੀ ਘਰ ਕਿਉਂ ਨਾ ਜਾਈਏ। ਚੰਗਾ ਪਰਚੀਆਂ ਪਾ ਲਵੋ। ਇਸ ਹੋਰ ਫੇਰ ਪਿੱਛੋਂ ਆਖਰ ਗੱਲ ਇੱਥੇ ਹੀ ਮੁਕਾਣੀ ਸੀ, ਸੋ ਦਸਤੂਰ ਅਨੁਸਾਰ ਸਾਰੇ ਥਾਵਾਂ ਦੀਆਂ ਪਰਚੀਆਂ ਪਾਈਆਂ, ਛੁੱਟ ਦੇਹਰਾਦੂਨ ਦੇ।
ਪਰਚੀ ਜਗਰਾਵਾਂ ਨਾਨਕ ਸਰ ਦੀ ਹੀ ਨਿਕਲੀ। ਹੋਣਾ ਹੀ ਐਵੇਂ ਸੀ। ਹੁਕਮਨਾਮਾ ਲਿਆ ਗਿਆ। ਸਹੀ ਮਹਿਲਾ ਪੰਜਵਾਂ ਦਾ ਸ਼ਬਦ ਆਇਆ, ਜੋ ਪੰਨਾ 770 ਤੋਂ ਆਰੰਭ ਹੋ ਕੇ 779 ਤੇ ਮੁੱਕਦਾ ਹੈ। ਇਸ ਵਿਰਹੜੀਆਂ ਛਪੀਆਂ ਤੁਕਾਂ ਵਿਸ਼ੇਸ਼ ਭਾਵ ਰੱਖਦੀਆਂ ਹਨ। ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤਸਕੇ ਬਲਰਾਮ ਜੀਓ। ਹਰ ਅੰਮ੍ਰਿਤ ਭਰ ਭੰਡਾਰ, ਸਭ ਕਿਛ ਹੈ ਕਰ ਤੁਸਕੇ ਬਲਰਾਮ ਜੀਓ। ਬਾਬੁਲ ਮੇਰਾ ਵੱਡ ਸਮਰਥਾ, ਕਰਨ ਕਾਰਨ ਪ੍ਰਭਹਾਰਾ। ਜਿਸ ਸਿਮਰਤ ਦੁਖ ਕੋਏ ਨ ਲਾਗੇ, ਪਉਜਲ ਪਾਰ ਉਤਾਰਾ। ਆਦ ਜੁਗਾਦ ਭਗਤਨ ਕਾ ਰਾਖਾ, ਉਸਤਤ ਕਰ ਕਰ ਜੀਵਾ। ਨਾਨਕ ਨਾਮ ਮਹਾਰਸ ਮੀਠਾ, ਅਨ ਦਿਨ ਮਨ ਤਨ ਪੀਵਾ। ਹਰ ਆਪੇ ਲਏ ਮਿਲਾਏ ਕਿਉ, ਵੇਛੜਾ ਥੀ ਵਈ ਬਲਰਾਮ ਜੀਓ। ਜਿਸਨੋ ਤੇਰੀ ਟੇਕ ਸੇ, ਸਦਾ ਸਦ ਜੀਵਈ ਬਲਰਾਮ ਜੀਓ। ਤੇਰੀ ਟੇਕ ਤੁਝੈ ਤੇ ਪਾਈ, ਸਾਚੇ ਸਿਰਜਨਹਾਰਾ। ਜਿਸ ਤੇ ਖਾਲੀ ਕੋਏ ਨਾਹੀ, ਐਸਾ ਪ੍ਰਭੂ ਹਮਾਰਾ। ਸੰਤ ਜਨਾ ਮਿਲ ਮੰਗਲ ਗਾਇਆ, ਦਿਨ ਐਸ ਦਿਨ ਰੈਨ ਆਸ ਤੁਮਹਾਰੀ। ਸਫਲ ਦਰਸ਼ ਭੇਟਿਆ ਗੁਰਪੂਰਾ, ਨਾਨਕ ਸਦ ਬਲਿਹਾਰੀ। ਸੰਮਲਿਆ ਸਚ ਥਾਨ ਮਾਨ, ਮਹਤ ਸਚ ਆਇਆ ਬਲਰਾਮ ਜੀਓ। ਸਤਿਗੁਰ ਮਿਲਿਆ ਦਿਆਲ ਗੁਣ ਅਬਿਨਾਸੀ, ਗਾਇਆ ਬਲਰਾਮ ਜੀਓ। ਗੁਣ ਗੋਵਿੰਦ ਗਾਓ ਨਿਤ ਨਿਤ ਪ੍ਰਾਨ, ਪ੍ਰੀਤਮ ਸੁਆਮੀਆਂ। ਸੁਭ ਦਿਵਸ ਆਏ ਗਹਿ ਕੰਠ ਲਾਏ, ਮਿਲੇ ਅੰਤਰ ਜਾਮੀਆਂ। ਸਤ ਸੰਤੋਖ ਬਢੇ ਵਾਜੇ, ਅਨਹਦਾ ਚੁਨਕਾਰੇ। ਸੁਨ ਪੈ ਬਿਨਾਸੇ ਸਗਲ, ਨਾਨਕ ਪ੍ਰਭ ਪੁਰਖ ਕਰਨੇ ਹਾਰੇ। ਉਪਜਿਆ ਤਤ ਗਿਆਨ ਸਾਹੁਰੇ, ਪਈਏ ਇਕ ਹਰ ਬਲਰਾਮ ਜੀਓ। ਬ੍ਰਹਮੇ ਬ੍ਰਹਮ ਮਿਲਿਆ ਕੋਇ ਨ ਸਾਕੇ, ਪਿਨ ਕਰ ਬਲਰਾਮ ਜੀਓ। ਬਿਸਮ ਪੇਖੇ ਬਿਸਮ ਸੁਨੀਏ, ਬਿਸਮਾਦ ਨਦਰੀ ਆਇਆ। ਜਲ ਥਲ ਮਹੀਅਲ ਪੂਰਨ ਸੁਆਮੀ, ਘਟ ਘਟ ਰਹਿਆ ਸਮਾਇਆ। ਜਿਸ ਤੇ ਉਪਜਿਆ ਤਿਸ ਮਾਏ ਸਮਾਇਆ, ਕੀਮਤ ਕਹਿ ਨ ਜਾਏ। ਜਿਸ ਕੋ ਚਲਤ ਨਾ ਜਾਹੀ ਲਖਨੇ, ਨਾਨਕ ਤਿਸੇ ਤੇ ਆਏ। ਚਾਲੇ ਪਾਣ ਤੋਂ ਪਹਿਲਾਂ ਕਪਤਾਨ ਸਾਹਿਬ ਨੂੰ ਸੰਬੋਧਨ ਕਰਕੇ ਲੈ ਕੇ ਤਾਂ ਚੱਲਿਆ ਸੰਭਾਲ ਲਵੇਗਾ। ਇਸ ਸਾਰੇ ਖੇਲ ਤੋਂ ਸਾਫ਼ ਨਜ਼ਰ ਆ ਰਿਹਾ ਸੀ ਕਿ ਭਾਣਾ ਵਰਤਣ ਵਾਲਾ ਹੈ। ਇਸ ਲਈ ਹਰੇਕ ਨੂੰ ਜਿਸ ਨਾਲ ਗੱਲ ਕਰਨ ਦਾ ਸਮਾਂ ਮਿਲਦਾ ਸੀ, ਬੜੇ ਪ੍ਰੇਮ ਨਾਲ ਮਿਲਦੇ ਤੇ ਬਚਨ ਕਰਦੇ ਸਨ ਕਿ 26 ਅਗਸਤ ਦਾ ਦਿਨ ਸੀ। ਪਿਛਲੇ ਪਹਿਰ ਝਟਪਟ ਤਿਆਰੀ ਹੋ ਪਈ। ਸ਼ਹਿਰ ਦੇ ਵਿੱਚੋਂ ਕੀਰਤਨ ਕਰਦੇ ਲੰਘਦਿਆਂ ਸੰਗੀਆਂ, ਸੇਵਕਾਂ, ਸ਼ਰਧਾਲੂਆਂ ਨੂੰ ਨੀਵ ਜਦਿਆਂ ਬਹੁਤ ਸਮਾਂ ਰਾਹ ਵਿੱਚ ਹੀ ਰਹਿ ਗਿਆ। ਇੱਕ ਮੁਸਲਮਾਨ ਸਿਪਾਹੀ ਨੂੰ ਤਾਂ ਖਾਸ ਤੌਰ 'ਤੇ ਨਿਵਾਜਿਆ। ਜਦ ਉਸਨੇ ਬੜੀ ਤਾਜ਼ੀਮ ਕੀਤੀ, ਉਸਨੂੰ ਪ੍ਰਸ਼ਾਦ ਦਿੱਤਾ ਤੇ ਇੱਕ ਤਸਬੀਹ ਵੀ ਬਖਸ਼ੀ। ਦੇਹਰਾਦੂਨ ਸ਼ਹਿਰ ਤੋਂ 3 ਕੁ ਮੀਲ ਬਾਹਰ ਨਿਕਲਦਿਆਂ ਹੁਕਮ ਅਨੁਸਾਰ ਠਹਿਰਨ ਦਾ ਫੁਰਨਾ ਬਣ ਗਿਆ। ਇਹ ਥਾਂ ਮਾਜਰੇ ਦੀ ਖੂਹੀ ਸਦਾਉਂਦੀ ਸੀ। ਰਹਿਣ ਲਈ ਇੱਥੇ ਇੱਕੋ ਹੀ ਕਮਰਾ ਸੀ। ਭਾਦਰੋਂ ਦਾ ਮਹੀਨਾ, ਗਰਮੀ ਤੇ ਹੁੱਸੜ, ਜੰਗਲੀ ਹਰਿਆਵਲ ਕਾਰਨ ਮੱਛਰ ਵੀ ਬਹੁਤ ਸੀ। ਪੱਖੇ ਦੀ ਸੇਵਾ ਵਿੱਚ ਸਰਦਾਰ ਗੁਰਦਿਆਲ ਸਿੰਘ ਸਨ। ਇਹਨਾਂ ਦਾ ਸਾਰਾ ਪਰਿਵਾਰ ਵੀ ਬੈਠਾ ਹੋਇਆ ਸੀ। ਇਹਨਾਂ ਦੀ ਅਟੁੱਟ ਸੇਵਾ ਕਾਰਨ ਇਹਨਾਂ ਦੀ ਮਾਈ ਨਾਲ ਬੜੀ ਪ੍ਰਸੰਨਤਾ ਦੇ ਬਚਨ ਕੀਤੇ। ਮਾਈ, ਤੇਰਾ ਸੁਲੱਖਣੀ ਮੁੰਡਾ ਤੇਰਾ ਲਾਇਕ ਹੈ। ਇਸ ਨੂੰ ਕਹੀ ਕਿ ਸੇਵਾ ਵਿੱਚ ਲੱਗਾ ਰਹੇ, ਪਿੱਠ ਨਾ ਦੇਵੇ। ਰਾਤ ਨੂੰ ਭਾਵੇਂ ਬੁਖਾਰ ਤੇ ਨਾ ਟਲਿਆ, ਪਰ ਬਾਬਾ ਜੀ ਨੇ ਨੇਮ ਅਨੁਸਾਰ ਇਸ਼ਨਾਨ ਪਾਠ ਕਰ ਗੁਰੂ ਨਾਨਕ ਦੇ ਚਰਨਾਂ ਨਾਲ ਬਿਰਤੀ ਜਾ ਜੋੜੀ। ਜਲ ਪਾਣੀ ਵਰਤ ਕੇ ਸਹਾਰਨਪੁਰ ਦਾ ਪਿਆਨਾ ਕੀਤਾ। ਸੰਗੀਆਂ ਦੇ ਪੁੰਨਾਂ ਅਨੁਸਾਰ ਸਰੀਰ ਨੂੰ ਖੇਚਲ ਹੁੰਦਿਆਂ ਵੀ ਕਿਸੇ ਕਿਸੇ ਨੂੰ ਵਿੱਚ ਨਿਰਧਾਰਤ ਕਰਦੇ 2 ਵਜੇ ਦੁਪਹਿਰ ਪਿੱਛੋਂ ਲੁਧਿਆਣੇ ਪੁੱਜੇ। ਮੇਜਰ TS ਗਰੇਵਾਲ ਅਨੁਸਾਰ ਜਦ ਲੁਧਿਆਣਾ ਫਿਰੋਜ਼ਪੁਰ ਸੜਕ ਤੋਂ ਕਾਰ ਲੰਘ ਰਹੀ ਸੀ ਤਾਂ ਖਬਰ ਮਿਲਣ 'ਤੇ ਅਸੀਂ ਪੁੱਜ ਗਏ। ਰੇਲਵੇ ਪੁਲ ਤੋਂ 1.25 ਕੁ ਮੀਲ ਪੁਰਾਣੀ ਚੁੰਗੀ ਦੇ ਨੇੜੇ ਕਾਰ ਖੜੀ ਸੀ। ਬਾਬਾ ਜੀ ਦੀ ਸੇਵਾ ਵਿੱਚ ਛੁੱਟ ਕਵੀ ਜੀ ਤੇ ਹਜੂਰੀ ਸੇਵਕ
ਬਾਬਾ ਈਸ਼ਰ ਸਿੰਘ ਜੀ ਦੇ ਹੋਰ ਨਾਲ ਨਹੀਂ ਸੀ। ਉੱਥੇ ਜਾਣ ਤੇ ਪਤਾ ਲੱਗੀ ਕਿ ਸਰੀਰ ਨੂੰ ਬੁਖਾਰ ਚੜ੍ਹਿਆ ਹੋਇਆ ਹੈ। ਮਾਤਾ ਜੀ ਨੇ ਬੇਨਤੀ ਕੀਤੀ ਕਿ ਜੇ 5-4 ਮਿੰਟ ਠਹਿਰਨ ਦੀ ਕਿਰਪਾ ਕਰੋ ਤਾਂ ਸੰਗਤਰਿਆਂ ਦਾ ਰਸ ਕਢਾ ਕੇ ਪੇਸ਼ ਕਰੀਏ। ਫੁਰਮਾਨ ਲੱਗੇ, ਭੋਲੀ ਕਹਿੰਦੀ ਹੈ, ਠਹਿਰ ਜਾਓ, ਸਾਨੂੰ ਤਾਂ ਦਰਗਾਹ ਤੋਂ ਖਿੱਚਾਂ ਪੈ ਰਹੀਆਂ ਹਨ। ਕੁਝ ਸਮਝ ਆਈ? ਇਹ ਵੀ ਇੱਕ ਹੋਰ ਰਮਜ਼ ਸੀ। ਬਹੁਤ ਜਲਦੀ ਕਰਨ ਤੇ ਵੀ ਜਗਰਾਵਾਂ ਨੇੜੇ ਚਿਰਾਕੇ ਹੀ ਪੁੱਜੇ। ਕਵੀ ਜੀ ਅਨੁਸਾਰ ਸੜਕ ਦੇ ਕੰਢੇ ਪੈਟਰੋਲ ਪੰਪ ਦੇ ਲਾਗੇ ਹੀ ਕਾਰ ਖੜੀ ਕਰਕੇ ਘੰਟਾ ਕੁ ਠਹਿਰੇ। ਬੁਖਾਰ ਬਹੁਤ ਤੇਜ਼ ਹੁੰਦਿਆਂ ਵੀ ਇਸ਼ਨਾਨ ਇੱਥੇ ਕੀਤਾ। ਸੜਕੋਂ ਪਾਰ ਪੰਪ ਦੇ ਸਾਹਮਣੇ ਅੱਧਾ ਕੁ ਘੰਟਾ ਇੱਕ ਮੰਜੇ ਤੇ ਬਿਰਾਜੇ ਰਹੇ। ਪਤਾ ਲੱਗਦਿਆਂ ਕਿ ਕਈ ਸੰਗੀ ਤਾਂ ਉੱਥੇ ਹੀ ਦਰਸ਼ਨਾਂ ਨੂੰ ਆ ਪੁੱਜੇ ਸਨ। ਸੰਧਿਆ ਦਾ ਸਮਾਂ ਹੋ ਰਿਹਾ ਸੀ, ਸੋ ਠਾਠ ਨੂੰ ਚਾਲੇ ਪਾ ਦਿੱਤੇ, ਜਿੱਥੇ ਉਡੀਕ ਵਿੱਚ ਸੰਗਤਾਂ ਦੀ ਉਹ ਦਿਸ਼ਾ ਹੋ ਰਹੀ ਸੀ ਜਿਸ ਦਾ ਵਰਣਨ ਭਾਈ ਨੰਦ ਲਾਲ ਜੀ ਦੇ ਉਲਥਾਕਾਰ ਨੇ ਇਸ ਤਰ੍ਹਾਂ ਕੀਤਾ ਹੈ। ਅੱਖਾਂ ਵਿੱਚ ਸਫੇਦੀ ਆਈ ਦੇਖਦਿਆਂ ਰਾਹ ਤੇਰਾ। ਸਭ ਨੇ ਚਰਨ ਪਰਸੇ, ਆਸਨ ਬਾਰਦਰੀ ਕੀਤਾ ਗਿਆ। ਹੁਕਮ ਅਨੁਸਾਰ ਅਖੰਡ ਪਾਠ ਵੀ ਰੱਖ ਦਿੱਤੇ ਗਏ, ਪਰ ਰਜਾ ਅੰਦਰ ਬੁਖਾਰ ਵੀ ਆਪਣੀ ਡਿਊਟੀ ਭੁਗਤਾਉਂਦਾ ਰਿਹਾ। ਸਰੀਰ ਬਹੁਤ ਨਿਰਬਲ ਸੀ। ਇੱਥੋਂ ਤੱਕ ਸੰਗਤਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਲਈ ਅਗਲੇ ਦਿਨ ਨੂੰ ਢਾਡੀ ਵਿੱਚ ਚੜ੍ਹ ਕੇ ਦੀਵਾਨ ਵਿੱਚ ਜਾਣ ਦੀ ਚਾਹ ਪ੍ਰਗਟ ਕੀਤੀ। 4-5 ਜਣਿਆਂ ਨੇ ਢਾਡੀ ਤਿਆਰ ਕਰ ਲਈ, ਪਰ ਫਿਰ ਉਸੇ ਵੇਲੇ ਫਰਮਾਇਆ ਕਿ ਹੁਣ ਨਿਰੰਕਾਰ ਦਾ ਹੁਕਮ ਬਰਾਦਰੀ ਤੋਂ ਵੀ ਬਾਹਰ ਜਾਣ ਦਾ ਨਹੀਂ ਹੈ। ਡਾਕਟਰ ਨਰੈਣ ਸਿੰਘ ਜੀ, ਸਿਵਲ ਸਰਜਨ, ਗੁਜਰਾਤ ਨੂੰ ਬਿਮਾਰੀ ਦੀ ਤਾਰ ਗਈ। ਉਹ ਵੀ ਛੁੱਟੀ ਲਈ ਤਾਰਾਂ ਖੜਕਾ ਕੇ ਆਗਿਆ ਲੈ ਟੁਰ ਪਏ, ਪਰ ਸਮੇਂ ਸਿਰ ਨਾ ਪੁੱਜ ਸਕੇ। ਕਵੀ ਜੀ ਅਨੁਸਾਰ ਬਾਬਾ ਜੀ ਦੀ ਇਸ ਬਿਮਾਰੀ ਦੇ ਪਹਿਲੇ 5 ਦਿਨ ਕੁਝ 6ਵੀਂ ਭੂਮਿਕਾ ਵਿੱਚ ਰਹੇ, ਤੇ ਜਦੋਂ ਉਹਨਾਂ ਦਾ ਜੀ ਕਰਦਾ ਸੀ ਵਿੱਚੋਂ ਕਦੀ 5ਵੀਂ ਵਿੱਚ ਵੀ ਆ ਜਾਂਦੇ ਸਨ। ਇਹਨਾਂ ਦਿਨਾਂ ਵਿੱਚ ਇੱਕ ਸਮੇਂ ਬਾਬਾ ਈਸ਼ਰ ਸਿੰਘ ਜੀ ਨੂੰ ਹਦਾਇਤ ਦਿੱਤੀ ਕਿ ਲੋਕ ਜੇ ਈਰਖਾ ਕਰਨ ਤਾਂ ਇਸ ਥਾਂ ਨੂੰ ਛੱਡ ਜਾਈ। ਫਿਰ ਆਪੇ ਹੀ ਈਰਖਾ ਤਾਂ ਕਰਨਗੇ। ਕਦੇ ਇਹ ਵੀ ਇੱਥੇ ਹੀ 6 ਮਹੀਨਿਆਂ ਕੁਟੀਆਂ ਬਣਾ ਕੇ ਬਹਿ ਜਾਣਾ। ਕਪਤਾਨ ਸਾਹਿਬ ਅਨੁਸਾਰ ਬਾਬਾ ਈਸ਼ਰ ਸਿੰਘ ਜੀ, ਕਵੀ ਜੀ ਤੇ ਮੈਂ ਇੱਕ ਸਮੇਂ ਖੜੇ ਹੋਏ ਸਾਂ ਤਾਂ ਬਾਬਾ ਜੀ ਨੇ ਫਰਮਾਇਆ ਕਿ ਅਸੀਂ ਅੱਗੇ ਸਭ ਕੁਝ ਵੇਖ ਲਿਆ ਹੈ, ਸਾਡਾ ਅੰਤ ਸਮਾਂ ਹੈ। ਤੁਸੀਂ ਕੁਝ ਪੁੱਛਣਾ ਹੈ ਤਾਂ ਪੁੱਛ ਲਵੋ। 2-3 ਵੇਰੀ ਕਿਹਾ, ਮੈਂ ਤਾਂ ਪੁੱਛਣਾ ਚਾਹੁੰਦਾ ਸੀ, ਪਰ ਕਵੀ ਜੀ ਨੇ ਝਟਪਟ ਕਹਿ ਦਿੱਤਾ, ਆਪ ਪਾਸ ਹੀ ਹੋ, ਫਿਰ ਪੁੱਛ ਲਵਾਂਗੇ। ਇਸ ਪਰ ਆਪਣਾ ਖੱਬਾ ਹੱਥ ਉਤਾਂਹ ਕਰਕੇ ਬਹੁਤ ਹੌਲੇ ਤੇ ਬਰੀਕ ਬੋਲ ਨਾਲ, ਚੰਗਾ ਭਾਈ, ਤੁਹਾਡੀ ਮਰਜ਼ੀ। ਕਵੀ ਜੀ ਨੂੰ ਸੰਪਾਦਕ ਨੇ ਜਦ ਇਹ ਕਾਰਨ ਸਪਸ਼ਟ ਕਰਨ ਲਈ ਬੇਨਤੀ ਕੀਤੀ ਤਾਂ ਉਹ ਕਹਿਣ ਲੱਗੇ ਕਿ ਐਸੇ ਸਮੇਂ ਤੇ ਸਵਾਲ ਕਰਨਾ ਬਨ ਮਾਰਦਾ ਸੀ। ਕਿੰਨੀਆਂ ਕੁ ਗੱਲਾਂ ਪੁੱਛ ਸਕਦੇ ਸਾਂ। ਉਹ ਤ੍ਰੈਕਾਲਦਰਸ਼ੀ ਸਨ ਤੇ ਹੁਣ ਵੀ ਹਾਜ਼ਰ ਨਾਜ਼ਰ ਹਨ। ਸਰਦਾਰ ਰਤਨ ਸਿੰਘ ਖਿਆਲ ਨੇ ਵਿਆਖਿਆ ਕਰਦੇ ਹੋਏ, ਇਸ ਸਮੇਂ ਬਾਬਾ ਜੀ ਦੀ ਤਬੀਅਤ ਕੁਝ ਚੰਗੀ ਸੀ। ਇਹ ਖਿਆਲ ਵੀ ਹੋਵੇਗਾ ਕਿ ਅਗਲੇ ਦਿਨ ਹੋਰ ਚੰਗੀ ਹੋ ਜਾਵੇਗੀ ਤਾਂ ਫਿਰ ਪੁੱਛ ਲਵਾਂਗੇ, ਪਰ ਅਗਲੇ ਦਿਨ 28 ਨੂੰ ਤਕਲੀਫ ਹੋਰ ਵੱਧ ਗਈ। ਕਪਤਾਨ ਸਾਹਿਬ ਅਨੁਸਾਰ ਅਸਾਂ ਜਦ ਡਾਕਟਰਾਂ ਨੂੰ ਬੁਲਾਉਣ ਲਈ ਆਗਿਆ ਮੰਗੀ ਤਾਂ ਫਰਮਾਉਣ ਲੱਗੇ, ਕੋਈ ਨਹੀਂ ਭਾਈ, ਸਾਧ ਸੰਗਤ ਦੀ ਅਸੀਂ ਚੀਜ਼ ਹਾਂ, ਜਿਵੇਂ ਸਮਝੋ ਕਰ ਲਵੋ। ਇਸ ਪਰ ਡਾਕਟਰ ਰਾਜਾ ਸਿੰਘ, ਸਿਵਲ ਸਰਜਨ, ਫਿਰੋਜ਼ਪੁਰ ਦੇ ਪਾਸ ਇੱਕ ਸੇਵਕ ਭੇਜਿਆ। ਡਾਕਟਰ ਸਾਹਿਬ ਦੁਪਹਿਰ ਤੋਂ 4 ਵਜੇ ਦੇ ਲਗਭਗ ਪੁੱਜੇ। ਸਰੀਰ ਦਾ ਸਾਡੇ ਖਿਆਲ ਅਨੁਸਾਰ ਓਪਰਾ ਜਿਹਾ ਮੁਆਇਨਾ ਕੀਤਾ। ਖੂਨ ਦਾ ਦਬਾਅ ਬਹੁਤ ਘਟ ਗਿਆ ਸੀ। ਮੌਸਮੀ ਬੁਖਾਰ ਵੀ ਨਾਲ ਸੀ। ਉਹਨਾਂ ਕੋਰਾਮਿਨ ਦਾ ਟੀਕਾ ਦੇਣਾ ਤਜਵੀਜ਼ ਕੀਤਾ, ਪਰ ਜਗਰਾਓਂ ਤੋਂ ਦਵਾਈ ਮਿਲੀ ਨਾ। ਇਸ ਸਮੇਂ ਬਾਬਾ ਜੀ ਨੇ ਇਹ ਵੀ ਫਰਮਾਇਆ ਕਿ ਜਿਸ ਨੇ ਸਾਡੇ ਕੋਲੋਂ ਕਰਜ਼ਾ ਲੈਣਾ ਹੈ ਲੈ ਲਵੇ, ਸਾਡੇ ਵੱਲੋਂ ਤਾਂ ਲੇਖਾ ਮੁੱਕਿਆ ਹੋਇਆ ਹੈ। ਅਸੀਂ ਤਾਂ ਬਸ
28 ਦੀ ਸ਼ਾਮ ਦੇ ਵੇਲੇ ਬਿਮਾਰੀ ਸੰਬੰਧੀ ਦਿੱਲੀ ਲਾਹੌਰ ਦੇ ਮੁੱਖ ਸੰਘੀਆਂ ਨੂੰ ਤਾਰਾਂ ਦਿੱਤੀਆਂ ਗਈਆਂ। ਸਰਦਾਰ ਸੰਪੂਰਨ ਸਿੰਘ ਹੋਰਾਂ ਨੇ ਦਿੱਲੀ ਦੇ ਬਾਕੀ ਸੰਘੀਆਂ ਨੂੰ ਖਬਰ ਕਰ ਦਿੱਤੀ। ਬਿਸ਼ਨ ਸਿੰਘ ਲੰਮੇ ਰੱਸੇ ਨਾਲ ਹੱਥੀਂ ਪੱਖਾ 3 ਦਿਨ ਖਿੱਚਦਾ ਰਿਹਾ। ਇਸੇ ਹੱਥ ਨਾਲ ਕਿ ਅੰਨ ਪਾਣੀ ਜੰਗਲ ਆਦਿ ਸਭ ਸਰੀਰਕ ਕਿਰਿਆ ਭੁੱਲ ਗਿਆ ਹੈ। ਉਸਨੇ ਅੱਧੇ ਘੰਟੇ ਲਈ ਸਰਦਾਰ ਰਤਨ ਸਿੰਘ ਤੋਂ ਵਾਸੂਹਨੀ ਮੰਗੀ, ਪਰ ਇਹਨਾਂ ਨੇ 2 ਘੰਟੇ ਦੀ ਛੁੱਟੀ ਲਾ ਕੇ ਆਪ ਪੱਖਾ ਕਰਨ ਲੱਗ ਪਏ। ਉਹਨਾਂ ਨੂੰ ਇਤਨੀ ਕੂਕ ਦੀ ਨੀਂਦ ਆਈ ਕਿ ਉਹ ਆ ਨਾ ਸਕਿਆ। ਰਾਤ ਦੇ 2 ਵਜੇ ਦੇ ਪਿੱਛੋਂ ਮਾਸਟਰ ਈਸਰ ਸਿੰਘ ਕਾਲਕਾਂ ਵਾਲੇ ਜਗਰਾਓਂ ਦੇ ਸਰਕਾਰੀ ਹਸਪਤਾਲ ਤੋਂ ਇੱਕ ਹੋਰ ਡਾਕਟਰ ਨੂੰ ਬੁਲਾ ਕੇ ਲਿਆਇਆ, ਜੋ ਨੀਂਦ ਲਿਆਉਣ ਲਈ ਮੋਰਫੀਆ ਦਾ ਟੀਕਾ ਕਰਕੇ ਚਲਾ ਗਿਆ। ਪਰ ਇਸ ਨਾਲ ਕਮਜ਼ੋਰੀ ਹੋਰ ਵੱਧ ਗਈ। ਉਹਨੀ ਦਿਨੀ ਕੀਰਤਨੀ ਜੱਥੇ ਵਿੱਚ ਇਹ ਸਿੰਘ ਹੁੰਦੇ ਸਨ: ਭਾਈ ਕਰਤਾਰ ਸਿੰਘ, ਗਿਆਨੀ ਕਰਤਾਰ ਸਿੰਘ, ਭਾਈ ਕੇਹਰ ਸਿੰਘ, ਭਾਈ ਕਿਰਪਾਲ ਸਿੰਘ। ਭਾਈ ਸਰਦਾਰ ਕਰਤਾਰ ਸਿੰਘ ਜੀ ਦੀ ਜ਼ੁਬਾਨੀ ਜਦ ਕੀਰਤਨ ਲਈ ਮੈਂ ਸਾਜ਼ ਚੁੱਕਣ ਅੰਦਰ ਗਿਆ ਤਾਂ ਬਕਸ ਵਿੱਚੋਂ ਆਵਾਜ਼ਾਂ ਕੱਢਦਿਆਂ ਜਰਾ ਖੜਾਕ ਹੋਣ ਤੇ, ਬਾਬਾ ਜੀ ਕੌਣ ਹੈ? ਜੀ ਮੈਂ ਕਰਤਾਰ। ਬਾਬਾ ਜੀ ਜਲਦੀ ਕਰ, ਮੇਰੇ 7 ਬਚਨ ਕਹਿਣ ਤੇ ਸ਼ਬਦ ਲਾ, ਤੂੰ ਹੀ ਨਿਰੰਕਾਰ ਇਹੋ ਤੁਨ। ਫਿਰ ਛੇਤੀ ਜਾ ਕੇ ਕੀਰਤਨ ਕਰ। ਕਵੀ ਜੀ ਨੇ ਦੱਸਿਆ ਕਿ ਇਸ ਸਮੇਂ ਮੈਂ ਉਹਨਾਂ ਦੇ ਸੱਜੇ ਹੱਥ ਵਾਲੇ ਪਾਸੇ ਬੈਠਾ ਹੋਇਆ ਸੀ। ਖੂਨ ਦਾ ਦਬਾਅ ਬਹੁਤ ਘਟਣ ਕਰਕੇ ਨਬਜ਼ ਬਹੁਤ ਹੀ ਮੱਧਮ ਹੋ ਰਹੀ ਸੀ। ਮੇਰੇ ਦਿਲ ਵਿੱਚ ਐਵੇਂ ਹੀ ਇਹ ਖਿਆਲ ਆਇਆ ਕਿ ਮਨੁੱਖ ਦਾ ਦਿਲ ਖੱਬੇ ਪਾਸੇ ਹੁੰਦਾ ਹੈ, ਭਲਾ ਜੇ ਉੱਧਰ ਉੱਠ ਕੇ ਨਬਜ਼ ਵੇਖਾਂ। ਪਰ ਉੱਥੋਂ ਸੀਸ ਵਾਲੇ ਪਾਸੇ ਜਾਣ ਦੀ ਥਾਂ ਮੈਂ ਬਾਬਾ ਜੀ ਦੇ ਚਰਨਾਂ ਵਾਲੇ ਪਾਸਿਓਂ ਲੰਮਾ ਚੱਕਰ ਲਾ ਕੇ ਖੱਬੇ ਪਾਸੇ ਵੱਲ ਆ ਕੇ ਨਬਜ਼ ਦੇਖਣ ਲੱਗ ਪਿਆ ਤੇ ਸੁੱਤੇ ਸੁਬਾਹ ਇਸ ਤਰ੍ਹਾਂ ਉਹਨਾਂ ਦੀ ਪਰਿਕਰਮਾ ਕੀਤੀ ਗਈ। 3-4 ਧਾਤਾਂ ਤਾਂਬਾ, ਚਾਂਦੀ, ਸਿੱਕਾ ਅਤੇ ਮੁਫਰਾ ਤੇ ਕਸਤੂਤੀ ਤੋਂ ਛੁੱਟ ਬਾਬਾ ਜੀ ਸੋਨੇ ਦਾ ਕੁਸਤਾ ਵੀ ਵਰਤਿਆ ਕਰਦੇ ਸਨ, ਜਿਸ ਨੂੰ ਕੱਖ ਕਿਹਾ ਕਰਦੇ ਸਨ। ਨਬਜ਼ ਦੀ ਹਾਲਤ ਵੇਖ ਕੇ ਮੈਂ ਕਿਹਾ, ਬੀ ਕੁਇਕ, ਅਦਰਵਾਈਜ਼ ਇਟ ਵਿਲ ਬੀ ਟੂ ਲੇਟ। ਜਲਦੀ ਕਰੋ, ਨਹੀਂ ਤਾਂ ਸਮਾਂ ਹੱਥ ਨਹੀਂ ਆਉਣਾ। ਇਹ 3:30 ਵਜੇ ਪ੍ਰਾਤଃ ਕਾਲ ਦਾ ਸਮਾਂ ਸੀ। ਇਸ ਵੇਲੇ ਹੀ ਕੀਰਤਨੀ ਆਪਣੀ ਹਾਜ਼ਰੀ ਦਾ ਇੱਕ ਸਲੋਕ ਕੀਰਤਨ ਦੇ ਆਰੰਭ ਵਿੱਚ ਕਿਹਾ ਕਰਦੇ ਸਨ। ਜਦੋਂ ਸਭ ਰਾਗੀ ਸਲੋਕ ਦੇ ਚੁੱਕੇ ਤਾਂ ਬਾਬਾ ਜੀ ਨੇ 4 ਵੇਰੀ ਵਾਹ 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 ਵਾਹਿਗੁਰੂ ਹੌਲੀ ਜਿਹੇ ਉਚਾਰਨ ਕਰਕੇ 5ਵੀਂ ਵੇਰੀ ਸਵਾਸ ਅੰਦਰ ਨੂੰ ਖਿੱਚ ਲਈ, ਕਿਉਂਕਿ ਵਾਹ ਅੰਦਰ ਗਿਆ ਤਾਂ ਫਿਰ ਨਹੀਂ ਆਇਆ। ਨਬਜ਼ ਤਾਂ 1-2 ਸੈਕਿੰਡ ਪਹਿਲਾਂ ਬੰਦ ਹੋ ਚੁੱਕੀ ਸੀ। ਇੰਨੇ ਚਿਰ ਨੂੰ ਈਸ਼ਰ ਸਿੰਘ ਜੀ ਨੂੰ ਕਸੂਤੀ ਨਾ ਤਾਂ ਲੱਭੀ, ਨਾ ਪਰ ਉਹ ਸੋਨੇ ਦਾ ਕੁਸਤਾ ਲੱਭ ਕੇ ਲੈ ਆਏ। ਸੋ ਬਾਬਾ ਜੀ ਦੇ ਪਾਵਨ ਮੁਖ ਵਿੱਚ ਪਾਇਆ ਤਾਂ ਗਿਆ, ਪਰ ਅਗਾਂਹ ਨਾ ਲੰਘਿਆ। ਇਸ ਤਰ੍ਹਾਂ ਕਿਵੇਂ ਪਰਿਕਰਮਾ ਕਰਨ ਤੇ ਮੁਖ ਵਿੱਚ ਸਵਰਨ ਪਾਉਣ ਦੀ ਪੁਰਾਤਨ ਮਰਿਆਦਾ ਬਾਬਾ ਜੀ ਨੇ ਪੂਰਨ ਕਰਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।